पक्ष ਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਮੇਰਾ ਸਾਥ ਦੇਣ ਜਾ ਰਹੇ ਨੇ ਟੋਰਾਂਟੋ ਸ਼ਹਿਰ ਤੋਂ ਕੁਲਵੀਰ ਜੀ ਅਤੇ ਪਰਮਿੰਦਰ ਜੀ। ਕੁਲਵੀਰ ਜੀ, ਪਰਮਿੰਦਰ ਜੀ, ਤੁਹਾਡੇ ਦੋਵਾਂ ਦਾ ਸ਼ੋਅ ਵਿੱਚ ਬਹੁਤ ਸਵਾਗਤ ਹੈ। ਧੰਨਵਾਦ ਜੀ। ਗੱਲਬਾਤ ਸ਼ੁਰੂ ਕਰਾਂਗੇ ਅਸੀਂ ਦਿੱਲੀ ਤੋਂ। ਦਿੱਲੀ ਜਿੱਥੇ ਕਿ ਕੇਰਲਾ ਹਾਊਸ 'ਚ ਥੋੜੇ ਹੀ ਦਿਨ ਪਹਿਲਾਂ ਬੀਫ ਕਾਓ ਮੀਟ ਦੀ ਗਾਂ ਮਾਸ ਦੀ ਕੁਕਿੰਗ ਦੇ ਕਾਰਨ ਇੱਕ ਬਵਾਲ ਮਚਿਆ। ਕਿ ਨੇ 100 ਨੰਬਰ ਤੇ ਫੋਨ ਕਰਕੇ ਆਖਿਆ ਕਿ ਕੇਰਲਾ ਹਾਊਸ ਗਾਂ ਦਾ ਮਾਸ ਸਰਵ ਕੀਤਾ ਜਾ ਰਿਹਾ ਜਾਂ ਵੇਚਿਆ ਜਾ ਰਿਹਾ ਵਾ। ਉਸ ਤੋਂ ਬਾਅਦ ਦਿੱਲੀ ਪੁਲਿਸ ਦੀ ਇੱਕ ਟੀਮ ਆਈ ਤੇ ਉਹਨਾਂ ਨੇ ਸਾਰੇ ਕੇਰਲਾ ਹਾਊਸ ਦੀ ਤਲਾਸ਼ੀ ਕੀਤੀ। ਕਾਫੀ ਮਾਮਲਾ ਭਖਿਆ ਸੀ ਇਹ। ਕੁਝ ਪਾਰਟੀਆਂ ਨੇ ਦਿੱਲੀ ਪੁਲਿਸ ਦੀ ਸਰਾਹਨਾ ਕੀਤੀ, ਕੁਝ ਪਾਰਟੀਆਂ ਨੇ ਦਿੱਲੀ ਪੁਲਿਸ ਨੂੰ ਇੱਥੇ ਦੋਸ਼ੀ ਵੀ ਠਹਿਰਾਇਆ। ਕੁਝ ਪਾਰਟੀਆਂ ਨੇ ਇਸ ਪੂਰੇ ਮੁੱਦੇ ਨੂੰ ਅਜੀਬ ਤਰੀਕੇ ਨਾਲ ਦੇਖਿਆ ਕਿ ਫਿਰ ਤੋਂ ਇੱਕ ਵਾਰ ਇੰਡੀਆ ਵਿੱਚ ਗਾਂ ਮਾਸ ਦੇ ਨਾਂ ਤੇ ਕੁਝ ਇੱਦਾਂ ਦੇ ਸਵਾਲ ਉੱਠੇ ਆ ਜਿਹਦਾ ਕਿ ਜਵਾਬ ਅਸੀਂ ਸਾਰੇ ਲੱਭਦੇ ਹਾਂ। ਪਰਮਿੰਦਰ ਸਿੰਘ ਜੀ, ਓਵਰਆਲ ਸਿਚੁਏਸ਼ਨ ਤੇ ਜੇ ਆਪਾਂ ਨਿਗਾਹ ਮਾਰੀਏ ਤਾਂ ਤੁਹਾਡੇ ਕੀ ਵਿਚਾਰ ਨੇ? ਹਰਪ੍ਰੀਤ ਜੀ, ਜੇ ਅਸੀਂ ਓਵਰਆਲ ਇਸ ਮੁੱਦੇ ਉੱਤੇ ਨਜ਼ਰ ਮਾਰੀਏ, ਆਈ ਥਿੰਕ ਇਹ ਇੱਕ ਸਰਕਾਰੀ ਗੈਸਟ ਹਾਊਸ ਆ ਜਿਹੜਾ ਕੇਰਲਾ ਹਾਊਸ ਹੈਗਾ ਆ। ਇਹ ਕੇਰਲਾ ਸਰਕਾਰ ਦਾ ਇਹ ਸਰਕਾਰੀ ਗੈਸਟ ਹਾਊਸ ਹੈਗਾ ਆ। ਸੋ ਉਹ ਇਸ ਨੂੰ ਓਨ ਕਰਦੀ ਆ, ਉਹ ਇੱਥੇ ਰੱਖ ਰਖਾਵ ਕਰਦੀ ਆ, ਉਹੀ ਇੱਥੇ ਡਿਸਾਈਡ ਕਰਦੀ ਹੈ ਕਿ ਮੈਨੂ ਜਿਹੜਾ ਹੈਗਾ ਇੱਥੇ ਕੀ। ਪਰਮਿੰਦਰ ਸਿੰਘ ਜੀ, ਓਨ ਜੋ ਮਰਜ਼ੀ ਕਰੇ, ਗੱਲ ਉਹਦੀ ਨਹੀਂ ਹੋ ਰਹੀ। ਗੱਲ ਆਪਾਂ ਇੱਥੇ ਇਸ਼ੂ ਡਿਸਕਸ ਕਰ ਰਹੇ ਹਾਂ ਕਿ ਕੋਈ ਵੀ 100 ਨੰਬਰ ਤੇ ਕਾਲ ਕਰਕੇ ਆਂਦਾ ਵਾ ਕਿ ਫਲਾਣੇ ਘਰੇ, ਜਿੱਦਾਂ ਆਪਾਂ ਥੋੜੇ ਦਿਨ ਪਹਿਲਾਂ ਦਾਦਰੀ 'ਚ ਜੋ ਕਾਂਡ ਹੋਇਆ ਸੀ, ਉਦੋਂ ਸਿਰਫ ਕਿਸੇ ਨੇ ਅਫਵਾਹ ਫੈਲਾਤੀ ਕਿ ਫਲਾਣੇ ਘਰੇ ਬੀਫ ਜਾਂ ਗਊ ਮਾਸ ਬਣ ਰਿਹਾ ਤੇ ਉਹਦੇ ਕਰਕੇ ਇੱਕ ਬਜ਼ੁਰਗ ਨੂੰ ਜਾਨ ਤੋਂ ਜਾਣਾ ਪਿਆ। ਅਸੀਂ ਇੱਥੇ ਇਹ ਡਿਸਕਸ ਨਹੀਂ ਕਰ ਰਹੇ ਕਿ ਉਸ ਗੈਸਟ ਹਾਊਸ ਨੂੰ, ਉਸ ਘਰ ਨੂੰ, ਉਸ ਹੋਟਲ ਨੂੰ, ਉਸ ਰੈਸਟੋਰੈਂਟ ਨੂੰ ਕੌਣ ਓਨ ਕਰਦਾ ਵਾ। ਹਰਪ੍ਰੀਤ ਜੀ, ਮੈਂ ਸਿਰਫ ਇਹਦੀ ਬੈਕਗਰਾਊਂਡ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਪਰ ਨਾਲ ਦੀ ਨਾਲ ਉੱਤੇ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਆਈ ਥਿੰਕ ਕੇਰਲਾ ਸਰਕਾਰ ਨੂੰ ਇੰਨਾ ਜ਼ਰੂਰ ਪਤਾ ਹੋਊਗਾ ਕਿ ਉਹਨਾਂ ਜਿਸ ਜੁਰਿਸਡਿਕਸ਼ਨ ਦੇ ਵਿੱਚ ਉਹਨਾਂ ਦਾ। ਪਰਮਿੰਦਰ ਸਿੰਘ ਜੀ, ਮੈਨੂੰ ਪਹਿਲਾਂ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਕਿ ਤੁਸੀਂ ਜੋ ਇੱਕ ਕਾਰਵਾਈ ਹੋਈ ਪੁਲਿਸ ਵੱਲੋਂ, ਜੋ ਇਨਸੀਡੈਂਟ ਹੋਇਆ, ਤੁਸੀਂ ਉਹਨੂੰ ਸਹੀ ਮੰਨਦੇ ਜੋ ਪੁਲਿਸ ਕਾਰਵਾਈ ਨੂੰ ਕਿ ਗਲਤ ਮੰਨਦੇ ਹੋ? ਪੁਲਿਸ ਦੀ ਕਾਰਵਾਈ ਦੀ ਬਹੁਤ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ। ਇੱਕ ਸਰਕਾਰੀ ਇਮਾਰਤ ਦੇ ਵਿੱਚ ਉਹ ਬਿਨਾਂ ਕਿਸੇ ਵਾਰੰਟ ਦੇ ਜਾ ਰਹੇ ਆ। ਅਸੀਂ ਸਿਰਫ 100 ਨੰਬਰ ਤੋਂ ਉਹਨਾਂ ਨੂੰ ਕਾਲ ਆਈ ਆ ਔਰ ਉਸ ਤੋਂ ਬਾਵਜੂਦ ਉਹਨਾਂ ਵੱਲੋਂ ਇੱਕ ਜਿਹੜੀ ਵਕਾਲਤ ਕੀਤੀ ਜਾ ਰਹੀ ਹੈ, ਇੱਕ ਬਿਆਨਬਾਜ਼ੀ ਕੀਤੀ ਜਾ ਰਹੀ ਆ। ਉਹ ਸਿਰ ਸਾਫ਼ ਇਹ ਲੱਗਦਾ ਪਿਆ ਕਿ ਉਹ ਬੀਜੇਪੀ ਦੇ ਜਿਹਦਾ ਬੀਜੇਪੀ ਜਾਂ ਬੀਜੇਪੀ ਦੇ ਸੰਬੰਧਿਤ ਜਿਹੜੇ ਸੰਗਠਨ ਹੈਗੇ ਆ ਉਹ ਬਿਆਨਬਾਜ਼ੀ ਕਰਦੇ, ਉਸ ਤਰ੍ਹਾਂ ਪੁਲਿਸ ਵੱਲੋਂ ਬਿਆਨਬਾਜ਼ੀ ਉੱਤੇ ਕੀਤੀ ਗਈ ਆ। ਕੁਲਵੀਰ ਸਿੰਘ ਜੀ, ਤੁਸੀਂ ਇਸ ਮਾਮਲੇ ਵਿੱਚ ਪੁਲਿਸ ਦੀ ਸਾਈਡ ਲੈਂਦੇ ਜੋ, ਪੁਲਿਸ ਦੇ ਅਗੇਨਸਟ ਜੋ, ਜਾਂ ਤੁਹਾਡੇ ਕੀ ਵਿਚਾਰ ਨੇ? ਇਸ ਮਾਮਲੇ ਵਿੱਚ ਮੈਂ ਕਿਸੇ ਪਾਰਟੀ ਨੂੰ ਜਾਂ ਕਿਸੇ ਹੋਰ ਨੂੰ ਪਹਿਲਾਂ ਇਨਵੋਲਵ ਨਾ ਕਰਦਾ ਹੋਇਆ, ਜੇ ਮੈਂ ਪੁਲਿਸ ਦੇ ਐਕਸ਼ਨ ਦੀ ਗੱਲ ਕਰਾਂ ਤਾਂ ਮੈਂ ਪੁਲਿਸ ਦੀ ਸਾਈਡ ਲਊਂਗਾ ਅੱਜ। ਉਹਦਾ ਰੀਜ਼ਨ ਜੇ ਤੁਸੀਂ ਹੁਣੇ ਚਾਹੋ ਤਾਂ ਮੈਂ ਹੁਣੇ ਦੱਸ ਸਕਦਾ, ਜੇ ਬਾਅਦ ਚਾਹੋਗੇ ਮੈਂ ਬਾਅਦ ਦੱਸਾਂਗਾ। ਪਰ ਇਸ ਵਾਰ ਜੋ ਪੁਲਿਸ ਨੇ ਕੀਤਾ, ਕਿਤੇ ਨਾ ਕਿਤੇ ਅਗਰ ਬਰੀਕੀ ਨਾਲ ਦੇਖਾਂਗੇ ਤਾਂ ਉਹ ਬਿਲਕੁਲ ਸਹੀ ਕੀਤਾ ਜੀ। ਪਰਮਿੰਦਰ ਸਿੰਘ ਜੀ, ਹੁਣ ਤੁਸੀਂ ਐਕਸਪਲੇਨ ਕਰੋ ਕਿ ਤੁਹਾਨੂੰ ਕਿਉਂ ਲੱਗਦਾ ਜੋ ਪੁਲਿਸ ਨੇ ਐਕਸ਼ਨ ਲਿਆ ਗਲਤ ਲਿਆ? ਆਈ ਥਿੰਕ ਹਰਪ੍ਰੀਤ ਜੀ, ਇੱਥੇ ਪੁਲਿਸ ਨੂੰ ਜਿਹੜਾ ਆਪਣੇ ਜਿਹੜੇ ਸਾਰੇ ਸਰਕਾਰੀ ਪੱਖ ਨੂੰ ਵੀ ਲੈ ਕੇ ਚੱਲਣਾ ਚਾਹੀਦਾ ਸੀਗਾ। ਉਹਨਾਂ ਨੂੰ ਇੱਕ ਸਰਕਾਰੀ ਬਿਲਡਿੰਗ ਦੇ ਵਿੱਚ ਉਹ ਜਾ ਰਹੇ ਆ ਔਰ ਉੱਥੇ ਦੇ ਪ੍ਰਸ਼ਾਸਨ ਨੂੰ ਇਨਵੋਲਵ ਕਰਨ ਤੋਂ ਬਾਅਦ ਹੀ ਕੋਈ ਕਾਰਵਾਈ ਉੱਥੇ ਕਰਨੀ ਚਾਹੀਦੀ ਸੀਗੀ। ਔਰ ਜਿਸ ਹਿਸਾਬ ਦੇ ਨਾਲ ਤੁਹਾਡਾ ਕੀ ਕਹਿਣਾ, ਜਦੋਂ ਪੁਲਿਸ ਨੂੰ ਕਾਲ ਆਈ, ਪੁਲਿਸ ਨੂੰ ਉੱਥੇ ਜਾਣਾ ਚਾਹੀਦਾ ਸੀ, ਨਹੀਂ ਜਾਣਾ ਚਾਹੀਦਾ ਸੀ? ਪੁਲਿਸ ਨੂੰ ਉੱਥੇ ਬਿਲਕੁਲ ਜਾਣਾ ਚਾਹੀਦਾ ਸੀਗਾ, ਪਰ ਪ੍ਰੋਪਰ ਵਾਰੰਟਸ ਦੇ ਨਾਲ, ਪ੍ਰੋਪਰ ਅਥਾਰਟੀ ਦੇ ਨਾਲ ਉੱਥੇ ਜਾਣਾ ਚਾਹੀਦਾ ਸੀ। ਤੁਸੀਂ ਇਹ ਚਾਹੁੰਦੇ ਜੋ ਜਦੋਂ ਪੁਲਿਸ ਨੂੰ 100 ਨੰਬਰ ਤੇ ਕਾਲ ਆਈ, ਪੁਲਿਸ ਪਹਿਲਾਂ ਵਾਰੰਟ ਇਸ਼ੂ ਕਰਵਾਉਂਦੀ, ਉਸ ਤੋਂ ਬਾਅਦ ਜਾਂਦੀ, ਇਹੀ ਕਹਿ ਰਹੇ ਜੋ? ਹਾਂਜੀ, ਬਿਲਕੁਲ। ਕੁਲਵੀਰ ਜੀ, ਕੀ ਤੁਸੀਂ ਸਹਿਮਤ ਜੋ? ਬਿਲਕੁਲ ਮੈਂ ਪਹਿਲਾਂ ਤੇ ਤੁਸੀਂ ਸਹਿਮਤ ਜੋ ਕਿ ਪੁਲਿਸ ਵੇਟ ਕਰੇ, ਵਾਰੰਟ ਲਵੇ ਫਿਰ ਜਾਵੇ? ਬਿਲਕੁਲ ਨਹੀਂ ਜੀ, ਕਿਉਂਕਿ ਜੇ ਆਪਾਂ ਨੂੰ ਇਹਨੂੰ ਅਜੇ ਵਾਕਿਆ ਦੀ ਜਿਹੜੀ ਅਸਲੀ ਡੂੰਘਾਈ ਹੈ ਮੈਂ ਤੁਹਾਨੂੰ ਬਾਅਦ ਦੱਸਦਾ। ਮੈਂ ਜੇ ਸਿੱਧੇ ਤੌਰ ਤੇ ਜਨਰਲ ਤੌਰ ਤੇ ਵੀ ਗੱਲ ਕਰਾਂ ਤੇ ਇਦਾਂ ਦੀਆਂ ਗੱਲਾਂ ਪਹਿਲਾਂ ਹੋ ਚੁੱਕੀਆਂ ਨੇ। ਇੱਕ ਪਹਿਲਾਂ ਟਰੱਕ ਦੇ ਡਰਾਈਵਰ ਨੂੰ ਮਾਰ ਦਿੱਤਾ ਗਿਆ, ਮੁਹੰਮਦ ਇਖਲਾਕ ਨੂੰ ਮਾਰ ਦਿੱਤਾ ਗਿਆ, ਰਾਸ਼ਿਦ ਦੇ ਉੱਪਰ ਹਮਲਾ ਹੋਇਆ। ਲੋਕ ਇੱਕਦਮ ਭੜਕਾਊ ਜਿਹੜਾ ਕਾਰਵਾਈਆਂ ਕਰਦੇ ਨੇ, ਦੰਗਾਈ ਕਰਦੇ ਨੇ। ਜਦੋਂ ਇਦਾਂ ਦੀ ਕੋਈ ਗੱਲ ਜਿਹੜੀ ਬਾਹਰ ਫੈਲਦੀ ਹੈ, ਪੁਲਿਸ ਦਾ ਉੱਥੇ ਜਾਣਾ ਬਿਲਕੁਲ ਸਹੀ ਸੀ, ਇਸ ਤੋਂ ਪਹਿਲਾਂ ਕਿ ਕੋਈ ਫਿਰਕੂ ਪ੍ਰਸਤ ਜਾ ਕੇ ਉੱਥੇ ਅਟੈਕ ਕਰਦਾ। ਔਰ ਦੂਸਰੀ ਗੱਲ, ਇਸ ਗੱਲ ਨੂੰ ਮੈਂ ਇਹਦਾ ਪ੍ਰਮਾਣ ਕੀ ਹੈ ਕਿ ਇਹ ਜਿਹੜੀ ਪੁਲਿਸ ਨੂੰ ਕਾਲ ਗਈ ਸੀਗੀ, ਇਹ ਗਈ ਸੀ ਹਿੰਦੂ ਸੈਨਾ ਦੇ ਚੀਫ
ਵਿਸ਼ਨੂੰ ਗੁਪਤਾ ਵੱਲੋਂ, ਜਿਸ ਨੂੰ ਹੁਣ ਅਰੈਸਟ ਵੀ ਕਰ ਲਿਆ ਗਿਆ ਹੈ। ਵਿਸ਼ਨੂੰ ਗੁਪਤਾ ਨੇ ਇਹ ਜਿਹੜੀ ਕਾਰਵਾਈ ਕੀਤੀ ਆ ਉਹ ਕੀਤੀ ਆ ਜੀ, ਉਹਨੂੰ ਵਿਸ਼ਵ ਹਿੰਦੂ ਪਰਿਸ਼ਦ ਤੋਂ ਇੱਕ ਕਾਲ ਆਈ ਸੀ ਕਿ ਕੇਰਲਾ ਦੇ ਜਿਹੜਾ ਕੇਰਲਾ ਭਵਨ ਹੈਗਾ ਉਹਦੇ ਵਿੱਚ ਬੀਫ ਸਰਵ ਕੀਤਾ ਜਾ ਰਿਹਾ, ਗਾਂ ਦਾ ਮਾਸ ਸਰਵ ਕੀਤਾ ਜਾ ਰਿਹਾ। ਉਹਦੇ ਉੱਪਰ ਹਿੰਦੂ ਸੈਨਾ ਦੇ ਜਿਹੜੇ ਮੈਂਬਰ ਸੀਗੇ, ਕਾਰਿਆਕਰਤਾ ਸੀ, ਉਹਨਾਂ ਨੇ ਪਹਿਲਾਂ ਕੇਰਲਾ ਹਾਊਸ ਦੇ ਉੱਪਰ ਜਾ ਕੇ ਘੇਰਾ ਵੀ ਪਾਇਆ, ਉਹਦੇ ਅੰਦਰ ਵੀ ਵੜਿਆ। ਉਸ ਤੋਂ ਬਾਅਦ ਉਹਨਾਂ ਨੇ 100 ਨੰਬਰ ਤੇ ਕਾਲ ਕੀਤਾ। ਅਗਰ ਪੁਲਿਸ ਉਸ ਦਿਨ ਇਹ ਕਾਰਵਾਈ ਨਾ ਕਰਦੀ ਤੇ ਹੋ ਸਕਦਾ ਕਿ ਕੇਰਲਾ ਭਵਨ ਦੇ ਵਿੱਚ ਵੀ ਕਿਸੇ ਨੂੰ ਮਾਰ ਦਿੱਤਾ ਜਾਂਦਾ, ਕਿਸੇ ਨਾ ਕਿਸੇ ਦਾ ਕਤਲ ਕਰ ਦਿੱਤਾ ਜਾਂਦਾ। ਪਰਮਿੰਦਰ ਜੀ, ਤੁਸੀਂ ਕਹਿ ਰਹੇ ਜੋ ਕਿ ਜਿੱਦਾਂ ਕੈਨੇਡਾ, ਨਾਰਥ ਅਮਰੀਕਾ ਵਿੱਚ, ਕੈਨੇਡਾ US ਵਿੱਚ 911 ਨੰਬਰ ਹੁੰਦਾ ਐਮਰਜੈਂਸੀ ਕਾਲਿੰਗ ਦਾ, ਇੰਡੀਆ 100 ਨੰਬਰ ਹੈ। ਪਰਮਿੰਦਰ ਸਿੰਘ ਜੀ, ਤੁਸੀਂ ਇਹ ਕਹਿ ਰਹੇ ਜੋ ਕਿ ਜੇ 100 ਨੰਬਰ ਤੇ ਐਮਰਜੈਂਸੀ ਕਾਲ ਆਵੇ, ਪੁਲਿਸ ਪਹਿਲਾਂ ਜਾਵੇ, ਵਾਰੰਟ ਲਿਆਵੇ, ਉਸ ਤੋਂ ਬਾਅਦ ਸਾਈਟ ਤੇ ਜਾ ਕੇ ਵੇਖੇ ਕਿ ਹੋ ਕੀ ਰਿਹਾ। ਰਾਈਟ ਪਰਮਿੰਦਰ ਜੀ, ਮੈਂ ਫਿਰ ਤੋਂ ਰਿਪੀਟ ਕਰਨਾ ਤੁਹਾਡੀ ਗੱਲ ਨੂੰ। ਹਰਪ੍ਰੀਤ ਜੀ ਇੱਕ ਮਿੰਟ, ਹੁਣ ਮੈਂ ਇੱਥੇ ਤੁਸੀਂ ਇੰਨੀ ਗੱਲ ਕੀਤੀ ਹੈ ਕਿ 100 ਨੰਬਰ ਦੇ ਉੱਤੇ ਕਾਲ ਆਈ ਆ, 100 ਨੰਬਰ ਤੇ ਕਾਲ ਕਰਕੇ ਕਿਹਾ ਕੀ ਗਿਆ ਆ, ਕੀ ਉੱਥੇ ਕਿਹਾ ਗਿਆ ਕਿ ਉੱਥੇ ਹਮਲਾ ਕੀਤਾ ਜਾ ਰਿਹਾ, ਕੀ ਉੱਥੇ ਕਿਹਾ ਗਿਆ ਕਿ ਇੱਥੇ ਬੀਫ ਸਰਵ ਕੀਤਾ ਜਾ ਰਿਹਾ, ਇਸ ਕਰਕੇ ਆਓ। ਇੱਥੇ ਇਹ ਕਿਹਾ ਗਿਆ ਕਿ ਉੱਥੇ ਬੀਫ ਸਰਵ ਹੋ ਰਿਹਾ ਹੈ। ਪਰਮਿੰਦਰ ਜੀ ਹਿੰਦੂ ਸੈਨਾ ਵੱਲੋਂ ਕਾਲ ਕੀਤੀ ਗਈ ਕਿ ਅਗਰ ਤੁਸੀਂ ਇਹਨੂੰ ਨਾ ਰੁਕਵਾਇਆ ਗਿਆ ਤੇ ਅਸੀਂ ਆਪ ਕਾਰਵਾਈ ਕਰਾਂਗੇ। ਮੈਂ ਫਿਰ ਦੁਬਾਰਾ ਰਿਪੀਟ ਕਰ ਰਿਹਾ ਕਿ ਇੱਥੇ ਦੋ ਅਲੱਗ-ਅਲੱਗ ਇਸ਼ੂ ਆ। ਇੱਕ ਤਾਂ ਅਗਰ ਚਲੋ ਆਪਾਂ ਜਿਹੜਾ ਤੁਸੀਂ ਪਹਿਲਾ ਇਸ਼ੂ ਆਉਂਦੇ ਜੋ ਪਰਮਿੰਦਰ ਸਿੰਘ ਜੀ, ਜਿਹੜਾ ਤੁਸੀਂ ਪਹਿਲਾ ਇਸ਼ੂ ਆਉਂਦੇ ਜੋ ਉਹ ਇਸ਼ੂ ਦੱਸੋ ਤੇ ਉੱਤੇ ਗੱਲਬਾਤ ਕਰ ਲੈਂਦੇ ਆ। ਸੋ ਅਗਰ ਉੱਥੇ ਹਮਲਾ ਕੀਤਾ ਜਾ ਰਿਹਾ ਫਿਰ ਡੈਫੀਨਿਟਲੀ ਪੁਲਿਸ ਦੀ ਇਹ ਕਾਰਵਾਈ ਬਿਲਕੁਲ ਸਹੀ ਬਣਦੀ ਹੈ। ਤੁਸੀਂ ਚਾਹੁੰਦੇ ਸੇ ਪੁਲਿਸ ਕਾਲਰ ਨੂੰ ਇਹ ਪੁੱਛਦੀ ਕਿ ਉੱਥੇ ਹਮਲਾ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ? ਆਰ ਯੂ ਰਾਈਟ? ਐਮ ਆਈ ਰਾਈਟ? ਬਿਲਕੁਲ ਡੈਫੀਨਿਟਲੀ ਉਹਨਾਂ ਨੂੰ ਜੇ ਇਹ ਸਿਨੈਰੀਓ ਹੈਗਾ ਆ, ਅਗਰ ਉੱਥੇ ਹਮਲਾ ਹੋ ਰਿਹਾ, ਜੇ ਉੱਥੇ ਐਡੀ ਤੱਕ ਵੱਡੀ ਐਮਰਜੈਂਸੀ ਹੈਗੀ ਆ ਕਿ ਹਾਂਜੀ ਉੱਥੇ ਪੁਲਿਸ ਦਾ ਜਾਣਾ ਪਹੁੰਚਣਾ ਜ਼ਰੂਰੀ ਹੈਗਾ, ਫਿਰ ਡੈਫੀਨਿਟਲੀ ਅਗਰ ਪੁਲਿਸ ਨੇ ਪਰਮਿੰਦਰ ਜੀ ਭੀੜ ਨਾ 2 ਮਿੰਟ ਨਹੀਂ ਲਾਉਂਦੀ, ਫਿਨਿਸ਼ ਕਰੋ, 2 ਮਿੰਟ ਨਹੀਂ ਲਾਉਂਦੀ ਬੰਦਾ ਮਾਰਨ ਨੂੰ। ਤੁਸੀਂ ਚਾਹੁੰਦੇ ਪੁਲਿਸ ਪਹਿਲਾਂ ਵੇਟ ਕਰਦੀ ਕਿ ਕੋਈ ਮਰ ਜਾਂਦਾ ਉੱਥੇ, ਫਿਰ ਤੇ ਜਲਦੀ ਮੈਨੂੰ ਫਿਨਿਸ਼ ਕਰ ਲੈਂਦੇ 1 ਮਿੰਟ। ਜੋ ਤੁਸੀਂ ਗੱਲ ਕਹਿ ਰਹੇ ਹੋ ਮੈਂ ਉਸੇ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਇੱਥੇ ਕਿ ਅਗਰ ਉੱਥੇ ਐਮਰਜੈਂਸੀ ਸੀਗੀ, ਜੇ ਉੱਥੇ ਜਿਹੜੇ ਵੀ ਆ ਹਿੰਦੂ ਪਰਿਸ਼ਦ ਜਾਂ ਜੋ ਵੀ ਹੈਗੇ ਆ ਇਹ ਜਿਹੜਾ ਵੀ ਇਹ ਅਗਰ ਉੱਥੇ ਭੜਕਾਊ ਕੋਈ ਵੀ ਕੰਮ ਕਰ ਰਹੇ ਸੀਗੇ, ਅਗਰ ਉੱਥੇ ਦੇ ਜਿਹੜੇ ਉਸ ਗੈਸਟ ਹਾਊਸ ਦੇ ਵਿੱਚ ਲੋਕ ਰੁਕੇ ਹੋਏ ਸੀਗੇ ਜਾਂ ਉਸ ਦੇ ਰੈਸਟੋਰੈਂਟ ਦੇ ਵਿੱਚ ਜਾਂ ਉਹਦੀ ਕੈਂਟੀਨ ਦੇ ਵਿੱਚ ਜਿਹੜੇ ਬੰਦੇ ਕੰਮ ਕਰ ਰਹੇ ਸੀਗੇ, ਅਗਰ ਉਹਨਾਂ ਉੱਤੇ ਹਮਲਾ ਹੋਇਆ ਸੀਗਾ ਫਿਰ ਪੁਲਿਸ ਦੀ ਉੱਥੇ ਕਾਰਵਾਈ ਕਰਨੀ ਬਣਦੀ ਸੀਗੀ। ਪਰ ਇਸ ਸਮੇਂ ਉੱਥੇ ਜੋ ਵਰਡ ਯੂਜ਼ ਕੀਤੇ ਜਾ ਰਹੇ ਉਹ ਰੇਡ ਵਰਡ ਜਿਹੜਾ ਯੂਜ਼ ਕੀਤਾ ਜਾ ਰਿਹਾ, ਪੁਲਿਸ ਵੱਲੋਂ ਰੇਡ ਕੀਤੀ ਗਈ ਆ। ਹਾਂਜੀ ਬਿਲਕੁਲ ਦਿੱਲੀ ਦੇ ਵਿੱਚ ਰੇਡ ਵਰਡ ਕੌਣ ਯੂਜ਼ ਕਰ ਰਿਹਾ? ਪੁਲਿਸ ਯੂਜ਼ ਕਰ ਰਹੀ ਹੈ ਕਿ ਮੀਡੀਆ ਯੂਜ਼ ਕਰ ਰਿਹਾ ਹੈ ਕਿ ਪੋਲੀਟੀਕਲ ਪਾਰਟੀਆਂ ਯੂਜ਼ ਕਰ ਰਹੀਆਂ ਨੇ? ਆਈ ਥਿੰਕ ਇੱਥੇ ਪੋਲੀਟੀਕਲ ਪਾਰਟੀਆਂ ਔਰ ਮੀਡੀਆ ਜਿਹੜਾ ਹੈ ਉਹ ਇਸ ਲਫ਼ਜ਼ ਦਾ ਇਸਤੇਮਾਲ ਜਿਹੜਾ ਮੀਡੀਆ ਤੁਸੀਂ ਆਪੇ ਹੀ ਕਹਿ ਰਹੇ ਹੋ ਮੀਡੀਆ ਤੇ ਪੋਲੀਟੀਕਲ ਪਾਰਟੀਆਂ ਯੂਜ਼ ਕਰ ਰਹੀਆਂ। ਪੁਲਿਸ ਨੂੰ ਮੀਡੀਆ ਜਾਂ ਪੋਲੀਟੀਕਲ ਪਾਰਟੀਆਂ ਦੇ ਜੋ ਉਹ ਪ੍ਰਿੰਟ ਕਰਦੇ ਨੇ, ਜੋ ਟੀਵੀ ਚੈਨਲ ਤੇ ਨਿਊਜ਼ ਵਿਖਾਉਂਦੇ ਨੇ, ਉਹਦੇ ਆਧਾਰ ਤੇ ਚੱਲਣਾ ਚਾਹੀਦਾ ਜਾਂ ਜੋ ਪੁਲਿਸ ਦਾ ਪ੍ਰੋਸੀਜਰ ਹੈ ਉਹਦੇ ਆਧਾਰ ਤੇ ਚੱਲਣਾ ਚਾਹੀਦਾ? ਪਰਮਿੰਦਰ ਜੀ। ਹਰਪ੍ਰੀਤ ਜੀ ਬਿਲਕੁਲ ਪੁਲਿਸ ਨੂੰ ਆਪਣੇ ਜਿਹੜਾ ਪ੍ਰੋਸੀਜਰ ਹੈਗਾ ਉਹਨੂੰ ਫੋਲੋ ਅਪ ਕਰਨਾ ਚਾਹੀਦਾ। ਪਰ ਇੱਥੇ ਇੱਕ ਜੇ ਮੈਂ ਜਿਹੜੀਆਂ ਰਿਪੋਰਟਸ ਆ ਰਹੀਆਂ ਹੈ ਉਹਦੇ ਵਿੱਚ ਸਾਫ਼-ਸਾਫ਼ ਇਹ ਲਿਖਿਆ ਗਿਆ ਕਿ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਤੇ ਜੋ ਵੀ ਉੱਥੇ ਕਿਚਨ ਦੇ ਵਿੱਚ ਬਣਿਆ ਹੋਇਆ ਸੀਗਾ ਉਹਨੂੰ ਜ਼ਬਤ ਕੀਤਾ ਗਿਆ ਆ। ਆਪਾਂ ਉੱਤੇ ਬਾਅਦ ਜਾਵਾਂਗੇ। ਤੁਸੀਂ ਪਹਿਲਾਂ ਇਹ ਕਿਹਾ ਕਿ ਕਾਲਰ ਕੋਲੋਂ ਪੁਲਿਸ ਕਨਫਰਮ ਕਰਦੀ, ਹਾਂਜੀ ਦੱਸੋ ਜੀ ਹਮਲਾ ਹੋ ਰਿਹਾ ਕਿ ਨਹੀਂ ਹੋ ਰਿਹਾ, ਰਾਈਟ? ਜੇ ਤੋਂ ਆਂਦਾ ਹਮਲਾ ਹੋ ਰਿਹਾ ਫਿਰ ਜਾਓ, ਅਦਰਵਾਈਜ਼ ਨਹੀਂ ਜਾਓ। ਤੁਸੀਂ ਇਸ ਗੱਲ ਨਾਲ ਸਟਿਕ ਕਰਦੇ ਜੋ? ਮੈਂ ਹਾਂਜੀ ਬਿਲਕੁਲ ਮੈਂ ਇਸ ਚੀਜ਼ ਨਾਲ ਸਟਿਕ ਕਰਦਾ ਜੀ। ਇੱਕ ਇੱਥੇ 2-3 ਕੁਐਸਚਨ ਮੇਰੇ ਕੋਲ ਉੱਠਣ ਰਿਹਾ ਪਰਮਿੰਦਰ ਸਿੰਘ ਜੀ। ਨੰਬਰ 1, ਜਿਹਨੇ ਕਾਲ ਕੀਤੀ ਉਹ ਕੋਈ ਪੁਲਿਸ ਆਫੀਸਰ ਸੀ, ਕੋਈ CID ਆਫੀਸਰ ਸੀ? ਜੇ ਤੁਹਾਨੂੰ ਕੋਈ ਪੁਲਿਸ ਨੂੰ ਕੋਈ ਕਾਲ ਕਰਕੇ ਕੋਈ ਇਨਸੀਡੈਂਟ ਰਿਪੋਰਟ ਕਰਦਾ ਹੈ, ਪੁਲਿਸ ਉਹਨੂੰ ਕ੍ਰਾਸ ਕੁਐਸਚਨ, ਤੁਸੀਂ ਚਾਹੁੰਦੇ ਜੋ ਪੁਲਿਸ ਪਹਿਲਾਂ ਉਹਨੂੰ ਕ੍ਰਾਸ ਕੁਐਸਚਨ ਕਰੇ, ਉਸ ਤੋਂ ਬਾਅਦ ਪੁਲਿਸ ਵੀ ਕ੍ਰਾਸ ਕੁਐਸਚਨ ਹੁੰਦੀ ਆ। ਅਗਰ ਤੁਸੀਂ ਇੱਥੇ ਵੀ ਅਗਰ ਤੁਸੀਂ ਕੈਨੇਡਾ ਦੇ ਵਿੱਚ ਵੀ ਕਾਲ ਕਰਦੇ ਆ ਪੁਲਿਸ ਨੂੰ, ਪਰਮਿੰਦਰ ਸਿੰਘ ਜੀ ਇੱਕ ਮਿੰਟ ਬਿਲਕੁਲ ਕਰਦੇ ਆ, ਯੂ ਆਰ ਰਾਈਟ। ਕਿਸੇ ਦੀ ਜਾਨ ਨੂੰ ਖਤਰਾ ਇਸ਼ੂ ਦੇਖਿਆ ਜਾਂਦਾ ਪਰਮਿੰਦਰ ਸਿੰਘ ਜੀ ਤੁਸੀਂ ਬਿਲਕੁਲ ਰਾਈਟ ਜੋ, ਪਰ ਇੱਥੇ ਵਿੱਚ ਪਹਿਲਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਗੱਲ ਦੇ ਉੱਪਰ। ਕੁਲਜੀਤ ਸਿੰਘ ਜੀ ਦਿੱਤਾ ਜਾਵੇ ਉਸ ਤੋਂ ਬਾਅਦ ਉੱਤੇ ਜਾਵੇ। ਕੁਲਜੀਤ ਸਿੰਘ ਜੀ ਮੈਂ ਪਰਮਿੰਦਰ ਸਿੰਘ ਨੂੰ ਉਹੀ ਕੁਐਸਚਨ ਪੁੱਛਾਂ, ਮੈਂ ਉਹ ਤੋਂ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰ ਰਿਹਾ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਕ੍ਰਾਸ ਕੁਐਸਚਨ ਕੀਤਾ ਜਾਂਦਾ ਵਾ, ਬਟ ਕੀ ਤੁਸੀਂ ਜੋ ਰਿਪੋਰਟ ਕਰ ਰਿਹਾ ਵਾ ਉਹਦੀ ਇਨਫੋਰਮੇਸ਼ਨ ਤੇ 100% ਯਕੀਨ ਕਰ ਸਕਦੇ ਜੋ? ਨਹੀਂ, ਬਿਲਕੁਲ ਨਹੀਂ ਕਰ ਸਕਦੇ ਜੀ। ਓਕੇ, ਤੋ ਡੂ ਯੂ ਥਿੰਕ ਕਿ ਤੁਹਾਨੂੰ ਲੱਗਦਾ ਵਾ ਜੇ ਤੁਸੀਂ ਕਹਿੰਦੇ ਜੋ ਕਿ ਪੁਲਿਸ ਜੋ ਕਾਲਰ ਆਇਆ ਵਾ ਉਹਦੀ ਇਨਫੋਰਮੇਸ਼ਨ ਤੇ 100% ਯਕੀਨ ਨਹੀਂ ਕਰ ਸਕਦੀ, ਤੁਹਾਨੂੰ ਲੱਗਦਾ ਨਹੀਂ ਕਿ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਸੀ? ਬਿਲਕੁਲ ਲੈਣਾ ਚਾਹੀਦਾ ਸੀ। ਅਜੇ ਵੀ ਤੁਸੀਂ ਕਹੋਗੇ ਕਿ ਪੁਲਿਸ ਨੂੰ ਜਾ ਕੇ ਪਹਿਲਾਂ ਵਾਰੰਟ ਲਿਆਉਣੇ ਚਾਹੀਦੇ ਸੀ?
ਹਰਪ੍ਰੀਤ ਜੀ ਅਗਰ ਉਹਨਾਂ ਨੂੰ ਲੱਗਦਾ ਸੀਗਾ, ਉਹਨਾਂ ਨੂੰ ਸਿਰਫ ਅਗਰ ਇਹੀ ਰਿਪੋਰਟ ਆਈ ਹੈ ਕਿ ਹਾਂਜੀ ਉੱਥੇ ਬੀਫ ਸਰਵ ਕੀਤਾ ਜਾ ਰਿਹਾ ਆ, ਤੇ ਬਿਲਕੁਲ ਪੁਲਿਸ ਜਿਹੜੀ ਹੈਗੀ ਆ ਉੱਥੇ ਟੀਮ ਭੇਜ ਸਕਦੀ ਸੀ, ਤਫਤੀਸ਼ ਸ਼ੁਰੂਆਤੀ ਜਿਹੜੀ ਤਫਤੀਸ਼ ਹੈਗੀ ਉਹ ਕਰ ਸਕਦੀ ਸੀ। ਉਸ ਤੋਂ ਬਾਅਦ ਜਿਹੜੀ ਉੱਥੇ ਦੀ ਤਲਾਸ਼ੀ ਹੈਗੀ ਆ ਜਾਂ ਉੱਥੇ ਜੋ ਵੀ ਬਣਿਆ ਹੋਇਆ ਉਹਨੂੰ ਜ਼ਬਤ ਕਰਨ ਦੀ ਜਿਹੜੀ ਕਾਰਵਾਈ ਹੈਗੀ ਆ, ਉਹਦੇ ਲਈ ਉਹਨਾਂ ਨੂੰ ਪ੍ਰੋਪਰ ਵਾਰੰਟ ਜਿਹੜੇ ਉਹ ਲੈਣੇ ਚਾਹੀਦੇ ਸੀਗੇ। देखो तुसी जो तलाशी का वर्ड करन दे जो दो डिफरेंट स्टोरी है, एक मीडिया दस रहा है, एक पॉलिटिकल पार्टियां कांग्रेस या आप दस रही है, एक पुलिस दस रही है। मैनू ये लगता है कि तुसी इस टाइम टीवी चैनल या मीडिया के कुछ चैनल या पॉलिटिकल पार्टियां कांग्रेस ते आप दी इन्फॉर्मेशन के आधार पर सानू साडे नाल डिबेट कर रहे जो तुसी पुलिस का जो पक्ष है वो बिल्कुल नहीं सुनिया। बिल्कुल हरप्रीत जी, मैं इत्थे शेयर करना चाहांगा, डीसीपी जतिन नरवाल ने बयान दिता सीगा कि यह कार्रवाई किसी पोटेंशियल वायलेंस नूं रोकण वास्ते इमीडिएट की गई आ, बिल्कुल परफेक्ट सी। ये संवेदनशील मामला, इत्थे कुछ भी हो सकता सीगा, उत्थे हिंदू सेना पहले ही जा चुकी सी, ठीक है जी। और तुहानूं भी पता कि शिव सेना होवे जां हिंदू सेना होवे, इन्हां ते फिरका परस्ती दी मोहर लगी हुई आ, इन्हां दा ये कुछ भी कार्रवाई कर सकते आ। जे उन्होंने पोटेंशियल वायलेंस नूं रोकण वास्ते ये कार्रवाई की आ, बिल्कुल सही की आ। उस तो बाद उन्होंने वो वायलेंस नूं रोक के उत्थे स्टॉप करके उस तो बाद जिहड़ा कि उत्थे लॉ एंड ऑर्डर की गल हैगी कि इत्थे गां दा मांस पकाया गया जां नहीं पकाया गया, जां सर्व होया जां नहीं होया, फिर उन्होंने उहदे ते कार्रवाई की आ। उन्होंने कहा कि उहदे दी पहली अटेंशन ये सी कि इमीडिएट इहदे ते एक्शन लैके ताकि उत्थे जिहड़ा हिंदू सेना वाले लोग जा रहे आ उन्हां विच ते जिहड़े केरला भवन दे विच लोग बैठे आ उन्हां विच कोई दंगा ना हो जाए, कोई लड़ाई ना हो जाए, जां ये लोग उन्हां चों किसी नूं मार कुट ना देण। परमिंदर सिंह जी थोड़े दिन वापस चलते हैं, दादरी कांड जो होया सी, जे मैं तुहानूं उस इंसीडेंट ते यही क्वेश्चन पूछां, जे उदों कोई टाइम ते 100 नंबर ते कॉल कर दिंदा ते विदिन फ्यू मिनट्स पुलिस आ जाती ते एक बजुर्ग की जान बच सकती सी। तुसीं इस गल ते एग्री करदे जो नहीं करदे? बिल्कुल एग्री करदा जी। जो अजकल इंडिया में बीफ का हो रहा, जिन्ने प्रोटेस्ट हो रहे हैं, जिन्ने मर्डरस हो रहे हैं बीफ के नाँ से, तुसी उस तो काफ़ी जानू जो परमिंदर सिंह जी, तुसी फिर भी कह रहे हो कि मेरी गल पूरी सुन लो, मेरी गल जे मैं इनू इंटरनल टैरोरिज्म कहां कि तुसी एग्री होगे कि इंटरनल टैरोरिज्म जे इंडिया में बीफ के नाँ से हुंदा वा वो हैगा वा? बिल्कुल है हरप्रीत जी। ते फिर तुसी पुलिस दी इस गल तो क्यों नहीं सहमत कि पुलिस ने जो एक्शन लिया सही एक्शन सी? उस टाइम उत्थे सिक्योरिटी चाहिदी सी ते दिल्ली पुलिस ने सही एक्शन लिया। हरप्रीत जी अगेन बिल्कुल ये सही गल हैगी, उत्ते सिक्योरिटी चाहिदी सी, उत्ते सिक्योरिटी प्रोवाइड की जानी चाहिदी सीगी। आई थिंक मैं जो शुरुआत दे विच ही गल कीती सी, एक सरकारी गैसट हाउस आ ते सरकारी गैसट हाउस दे विच आई थिंक पुलिस नूं इन्ना पता होना चाहिए कि सरकारी गैसट हाउस दे विच सरकारी रूल्स जिहड़े आ फॉलो कीते जांदे आ। उत्ते सरकारी गैसट हाउस दे विच हिंदू सेना बढ़ गई आ, ਉਹ ਉਹਨਾਂ ਨੂੰ ਮਾਰ ਸਕਦੀ ਆ ਕਿ ਉਹ ਪਹਿਲਾਂ ਪਰਮਿਸ਼ਨ ਲੈ ਕੇ ਫਾਰਮੈਲਿਟੀ ਕਰਦੇ ਜਦ ਤੱਕ ਉਹ ਸਰਕਾਰੀ ਅਫਸਰ ਨੂੰ ਮਾਰ ਕੇ ਚਲੇ ਜਾਂਦੇ ਜੀ। ਉੱਥੇ ਸਿਕਿਉਰਿਟੀ ਪ੍ਰੋਵਾਈਡ ਕਰਨਾ ਉਹਨਾਂ ਦਾ ਮੇਨ ਮਕਸਦ ਹੋਣਾ ਚਾਹੀਦਾ ਸੀਗਾ, ਜੋ ਉਹ ਕਹਿੰਦੇ ਪਏ ਅਸੀਂ ਕੀਤੀ ਆ, ਪਰ ਉਸ ਤੋਂ ਬਾਅਦ ਵਾਲੀ ਕਾਰਵਾਈ ਜਿਹੜੀ ਹੈਗੀ ਇਮੀਡੀਏਟਲੀ ਕਰ ਲਈ ਗਈ ਆ। ओके एक क्वेश्चन परमिंदर सिंह जी देना चाहोगे? परमिंदर सिंह जी एक क्वेश्चन, आज केरला के चीफ मिनिस्टर, दिल्ली के चीफ मिनिस्टर सारे थू कर रहे हैं दिल्ली पुलिस की, ये तक भी इल्जाम लग रहे हैं कि जे किते रेप हुंदा उत्थे पुलिस जाती नहीं है, जे किते मर्डर हुंदा उत्थे जाती नहीं है, पर केरला हाउस च बीजेपी के कहण ते पुलिस ने राइट वे छापा मारिया, इदां दी गल्लां भी सामने आ रही ने। पर क्वेश्चन ये आ कि मेरी गल सुनो, मेरा क्वेश्चन सुन लो परमिंदर सिंह जी। पहला इत्थे क्वेश्चन ये आ कि जे पुलिस उत्थे नहीं पहुंचती, उत्थे एक मर्डर हो जाता, यही अरविंद केजरीवाल ने, यही केरला के चीफ मिनिस्टर ने दिल्ली पुलिस से इल्जाम लाने सी कि नहीं लाने सी, ते जे जो कुछ दादरी च होया इंडिया की कैपिटल च हुंदा उदों तुहाडे यही कमेंट रहिंदे कि नहीं अजे पुलिस नूं वेट करके आना चाहिए सी? मैं हरप्रीत जी अगेन मैं ये नहीं कह रहा उन्होंने प्रायोरिटी जी सी उन्होंने सिक्योरिटी प्रोवाइड करना उन्होंने प्रायोरिटी सी उन्होंने वो की, पर वो उस तो बाद वाली कार्रवाई के उत्ते मैं जो सवाल खड़े कर रहा कि उन्होंने बाद वाली कार्रवाई के उन्होंने प्रॉपर प्रोसीजर फॉलो किया है या नहीं किया, कि उन्होंने सीधा जाके ही उत्थे सिक्योरिटी प्रोवाइड करने तो हाँ जी देख लिया जी साइट सिक्योर है, उस तो बाद हाँ जी तलाशी लो जी इत्थे की होया, कि यही किया गया उत्थे या इस तो इलावा होर कोई प्रोसीजर फॉलो किया गया? हाँ जी सरकारी बिल्डिंग दे विच तुसीं जाके सिक्योरिटी कवर प्रोवाइड करना तुहाडा मेजर प्रायोरिटी हैगी, तुसीं जाके सिक्योरिटी प्रोवाइड करो, ठीक है मान गए असीं, उस तो बाद दी कार्रवाई तुसीं चाहुंदे डॉक्यूमेंटेशन चाहिदी है या नहीं चाहिदी? ਤੁਸੀਂ ਚਾਹੁੰਦੇ ਜੋ ਦਿੱਲੀ ਪੁਲਿਸ ਜਾਂਦੀ ਬਾਹਰ ਗੇਟਾਂ ਤੇ ਖੜੇ ਹੋ, ਇੱਕ ਮਿੰਟ ਕੁਲਦੀਪ ਸਿੰਘ ਜੀ, ਪੋਟੈਂਸ਼ੀਅਲ ਵਾਇਲੈਂਸ ਨੂੰ ਰੋਕਣ ਵਾਸਤੇ ਇਮੀਡੀਏਟ ਕਾਰਵਾਈ ਕੀਤੀ ਗਈ ਆ। ਹਾਂ ਠੀਕ ਆ, ਪੋਟੈਂਸ਼ੀਅਲ ਵਾਇਲੈਂਸ ਨੂੰ ਰੋਕਣ ਦੇ ਲਈ ਕੀ ਕਰਨਾ ਚਾਹੀਦਾ? ਉੱਥੇ ਜਾ ਕੇ ਸਭ ਤੋਂ ਪਹਿਲਾਂ ਸਿਕਿਉਰਿਟੀ ਕਵਰ ਹੀ ਪ੍ਰੋਵਾਈਡ ਕੀਤਾ ਜਾਣਾ ਚਾਹੀਦਾ, ਇਸ ਤੋਂ ਇਲਾਵਾ ਹੋਰ ਕੁਝ ਕੀਤਾ ਜਾ ਸਕਦਾ ਨਹੀਂ। ਹੋਰ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਹਿੰਦੂ ਸੈਨਾ ਨੂੰ ਬਾਹਰ ਕੱਢਿਆ, ਉਹ ਆਪ ਅੰਦਰ ਗਏ ਨੇ, ਉਸ ਤੋਂ ਬਾਅਦ ਜੇ ਉਹਨਾਂ ਨੂੰ ਕੰਪਲੇਂਟ ਮਿਲੀ ਆ ਉਹਨਾਂ ਨੇ ਉਹਦੇ ਤੇ ਵੀ ਕਾਰਵਾਈ ਕਰਨੀ ਹੈ ਨਾ,
ਉਹਨਾਂ ਉਹਦੇ ਨੇ ਉੱਤੇ ਸੁਣ ਲਓ proper- ਸੁਣ ਲਓ ਪਰਮਿੰਦਰ ਜੀ, ਉਹਨਾਂ ਨੇ ਉਹਦੇ ਤੇ ਕਾਰਵਾਈ ਕੀਤੀ ਆ, ਕੰਪਲੇਂਟ ਝੂਠੀ ਨਿਕਲੀ ਆ, ਹਿੰਦੂ ਸੈਨਾ ਦੇ ਵਿਸ਼ਨੂੰ ਗੁਪਤਾ ਨੂੰ ਅਰੈਸਟ ਕੀਤਾ ਗਿਆ, ਉਹਦੇ ਤੇ ਧਾਰਾਵਾਂ ਲੱਗੀਆਂ ਕਿ ਉਹਨੇ ਪੁਲਿਸ ਨੂੰ ਗੁੰਮਰਾਹ ਕੀਤਾ। ਪੁਲਿਸ ਤੱਕ ਇੱਥੇ ਪੁਲਿਸ ਕਿੱਥੇ ਆ? ਇੱਥੇ ਪੁਲਿਸ ਕਿੱਥੇ ਕਿ ਤੁਸੀਂ ਪੁਲਿਸ ਨੂੰ ਕਿੱਥੇ ਗੁਨਾਹਗਾਰ ਮੰਨਦੇ ਹੋ? ਉਹ ਰੌਲਾ ਪੈਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਆ। ਆਈ ਥਿੰਕ ਜੇ ਇਹ ਰੌਲਾ ਨਾ ਪੈਂਦਾ, ਜੇ ਪ੍ਰੋਟੈਸਟ ਨਾ ਹੁੰਦਾ, ਤੁਹਾਨੂੰ ਲੱਗਦਾ ਕਿ ਇਦਾਂ ਦੀ ਕਾਰਵਾਈ ਇੰਡੀਆ ਦੇ ਵਿੱਚ ਹੋ ਜੇ ਔਰ ਪੋਲੀਟੀਕਲ ਤੌਰ ਤੇ ਉਹਦਾ ਬੈਨੀਫਿਟ ਲੈਣ ਲਈ ਰੌਲਾ ਨਾ ਪਾਇਆ ਜਾਵੇ? ਤਾਂ ਪੋਸੀਬਲ ਹੀ ਨਹੀਂ ਹੈਗਾ ਪਰਮਿੰਦਰ ਜੀ। ਇੰਡੀਆ ਵਿੱਚ ਮਾੜੀ ਜਿਹੀ ਗੱਲ ਦਾ ਤਾਂ ਰੌਲਾ ਪਾ ਕੇ ਬੈਠ ਜਾਂਦੇ ਆ। ਇੱਥੇ ਟੋਟਲੀ ਪੋਲੀਟੀਕਲ ਮਕਸਦ ਸੀਗਾ। ਜੇ ਬਿਲਕੁਲ ਨਹੀਂ, ਚਾਹੇ ਮੈਂ ਪਰਮਿੰਦਰ ਜੀ, ਮੈਂ ਪਹਿਲਾਂ ਕਿਹਾ ਸੀਗਾ ਕਿ ਮੈਂ ਕਿਸੇ ਦੀ ਪੋਲੀਟੀਕਲ ਦੇ ਤੌਰ ਤੇ ਗੱਲ ਨਹੀਂ ਕਰੂੰਗਾ, ਚਾਹੇ ਇਹਦੇ ਵਿੱਚ ਫਿਰ ਹੁਣ ਕੱਲ ਨਹੀਂ ਕਹਿ ਰਹੇ ਹੋ ਮੈਂ ਤਾਂ ਕਹਿ ਰਿਹਾ ਕਿਉਂਕਿ ਇਹਦੇ ਵਿੱਚੋਂ ਉਹਦਾ ਬੈਨੀਫਿਟ ਲੱਭ ਰਿਹਾ ਲੋਕ ਉਹਦੇ ਚੋਂ। ਹੋ ਸਕਦਾ ਇਹ ਬੀਜੇਪੀ ਨੇ ਜਿਹੜਾ ਹੈਗਾ ਪੋਲੀਟੀਕਲ ਬੈਨੀਫਿਟ ਲੈਣ ਨੂੰ ਕਰਾਇਆ ਹੋਵੇ, ਪਰ ਪੁਲਿਸ ਨੇ ਜੋ ਕਾਰਵਾਈ ਕੀਤੀ ਉਹ ਬਿਲਕੁਲ ਰਾਈਟ ਕਾਰਵਾਈ ਕੀਤੀ, ਕਿਉਂਕਿ ਇਹਦੇ ਵਿੱਚ ਦੰਗਾ ਵੀ ਹੋ ਸਕਦਾ ਸੀ, ਕਿਸੇ ਦੀ ਮੌਤ ਵੀ ਹੋ ਸਕਦੀ ਸੀ। ਓਕੇ, ਇੱਕ ਥੋੜਾ ਜਿਹਾ ਸਟੈਪ ਅੱਗੇ ਵਧਾਉਂਦੇ ਆ। ਜੋ ਦਾਦਰੀ ਵਿੱਚ ਹੋਇਆ ਥੋੜੇ ਦਿਨ ਪਹਿਲਾਂ, ਪਰਮਿੰਦਰ ਸਿੰਘ ਜੀ ਤੇ ਕੁਲਵੀਰ ਸਿੰਘ ਜੀ, ਤੁਹਾਡੇ ਦੋਵਾਂ ਵਾਸਤੇ ਕੁਐਸਚਨ ਆ। ਉੱਥੇ ਇੱਕ ਬਜ਼ੁਰਗ ਦੀ ਜਾਨ ਗਈ ਜੀ, ਪੁਲਿਸ ਜਾਂ ਉੱਥੋਂ ਦੀ ਲੋਕਲ ਅਥਾਰਟੀ ਜਾਂ ਉੱਥੋਂ ਦੀ ਲੋਕਲ ਪ੍ਰਸ਼ਾਸਨ ਜਾਂ ਯੂਪੀ ਸਰਕਾਰ ਜਾਂ ਸੈਂਟਰ ਸਰਕਾਰ ਸਭ ਨੂੰ ਥੂ ਕੀਤੀ। ਹਰ ਪੋਲੀਟੀਕਲ ਪਾਰਟੀ ਨੇ ਉੱਥੇ ਜਾ ਕੇ, ਈਵਨ ਕਿ ਪਰਮਿੰਦਰ ਸਿੰਘ ਜੀ ਆਪ ਦੇ ਅਰਵਿੰਦ ਕੇਜਰੀਵਾਲ ਜੀ ਨੇ ਉੱਥੇ ਜਾ ਕੇ ਇਹ ਕਿਹਾ ਸੀ ਗਲਤ ਹੋਇਆ, ਰਾਈਟ? ਬਿਲਕੁਲ। ਅੱਜ ਜੇ ਦਿੱਲੀ ਪੁਲਿਸ ਨੇ ਇਦਾਂ ਦਾ ਕੁਝ ਹੋਣ ਤੋਂ ਬਚਾ ਲਿਆ ਦਿੱਲੀ ਵਿੱਚ, ਉਹਦੇ ਤੇ ਕੋਈ ਨਹੀਂ ਕਹਿ ਰਿਹਾ ਕਿ ਦਿੱਲੀ ਪੁਲਿਸ ਨੇ ਸਹੀ ਕੀਤਾ ਵਾ, ਉਹਦੇ ਵੀ ਕਹਿ ਰਹੇ ਜੋ ਗਲਤ ਹੋਇਆ। ਜਦੋਂ ਕੋਈ ਕਿਸੇ ਦੀ ਜਾਨ ਗਈ ਉਹਦੋਂ ਵੀ ਗਲਤ, ਜੇ ਕਿਸੇ ਦੀ ਜਾਨ ਬਚਾਈ ਜਾਂਦੀ ਉਹਦੋਂ ਵੀ ਗਲਤ। ਬੇਸਿਕਲੀ ਤੁਸੀਂ ਹਰ ਚੀਜ਼ ਤੇ ਰਾਜਨੀਤੀ ਖੇਡਣੀ ਆ। ਮੈਂ ਸਾਰੀ ਘਟਨਾਕ੍ਰਮ ਨੂੰ ਤੁਸੀਂ ਨਹੀਂ ਦੇਖਦੇ ਪਏ, ਤੁਸੀਂ ਸਿਰਫ ਇੱਕ ਇਨਸੀਡੈਂਟ ਨੂੰ ਲੈ ਕੇ ਗੱਲ ਕਰ ਰਹੇ ਕਿ ਹਾਂਜੀ। ਸੋ ਡੂ ਯੂ ਗਿਵ ਕ੍ਰੈਡਿਟ? ਕੀ ਤੁਸੀਂ ਕ੍ਰੈਡਿਟ ਦਿੰਦੇ ਜੋ ਕਿ ਦਿੱਲੀ ਪੁਲਿਸ ਨੇ ਜਾਨ ਬਚਾਈ ਕੇ ਦੀ? ਮੈਂ ਇਸ ਗੱਲ ਦਾ ਜ਼ਰੂਰ ਕ੍ਰੈਡਿਟ ਦੇਣਾ ਚਾਹੂੰਗਾ ਪੁਲਿਸ ਨੂੰ, ਦਿੱਲੀ ਪੁਲਿਸ ਨੂੰ, ਕਿ ਹਾਂਜੀ ਉਹ ਸਮੇਂ ਸਿਰ ਪਹੁੰਚ ਕੇ ਉਹਨਾਂ ਨੇ ਕੋਈ ਵੀ ਉੱਥੇ ਵਾਇਲੈਂਸ ਜਿਹੜੀ ਉਹਨੂੰ ਰੋਕਣ ਤੋਂ ਬਚਾਇਆ ਆ। ਪਰ ਇੱਥੇ ਜਿਹੜਾ ਮੇਨ ਇਸ਼ੂ ਇਹ ਆ ਕਿ ਉਸ ਤੋਂ ਬਾਅਦ ਵਾਲੀ ਜਿਹੜੀ ਕਾਰਵਾਈ ਕੀਤੀ ਗਈ ਆ, ਕੀ ਪੁਲਿਸ ਨੂੰ ਉੱਥੇ ਕਿਉਂ ਨਹੀਂ ਕਰਨੀ ਚਾਹੀਦੀ ਸੀ ਪਰਮਿੰਦਰ ਜੀ? ਜੇ ਦਿੱਲੀ ਵਿੱਚ ਬੀਫ ਬੈਨ ਆ, ਮੈਂ ਬੀਫ ਬੈਨ ਦੇ ਖਿਲਾਫ ਆ, ਪਰ ਮੰਨ ਗਏ ਪੁਲਿਸ ਨੇ ਤਾਂ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਨੇ ਕਿ ਨਹੀਂ ਕਰਨੇ ਜੀ? ਆਈ ਥਿੰਕ ਉਸ ਤੋਂ ਬਾਅਦ ਜੋ ਕਾਰਵਾਈ ਕੀਤੀ ਗਈ ਆ ਕੁਲਵੀਰ ਜੀ, ਉਹ ਬਿਲਕੁਲ ਪੋਲੀਟੀਕਲ ਸਿਨੈਰੀਓ ਨੂੰ ਧਿਆਨ ਵਿੱਚ ਰੱਖਦੇ ਹੀ ਕੀਤੀ ਗਈ ਆ। ਚਲੋ ਇਸ ਗੱਲ ਤੇ ਕੇਰਲਾ ਹਾਊਸ ਨਾਲ ਉਹਨਾਂ ਦਾ ਕੀ ਪੋਲੀਟੀਕਲ ਸਿਨੈਰੀਓ ਸੀ? ਕੇਰਲਾ ਹਾਊਸ ਨਾਲ ਕੀ, ਕੇਰਲਾ ਹਾਊਸ ਕਿਹੜੀ ਦਿੱਲੀ ਵਿੱਚ ਡਾਇਰੈਕਟ ਪਾਰਟੀ ਲੜ ਰਹੀ ਹੈ ਕੇਰਲਾ ਹਾਊਸ ਤੋਂ? ਮੈਨੂੰ ਦੱਸ ਸਕਦੇ ਹੋ ਤੁਸੀਂ ਦਿੱਲੀ ਵਿੱਚ ਕਿਹੜੀ ਡਾਇਰੈਕਟ ਪਾਰਟੀ ਹੈਗੀ ਜਿਹੜੀ ਬੀਜੇਪੀ ਦੇ ਵਿਰੁੱਧ ਲੜ ਰਹੀ ਹੈ ਕੇਰਲਾ ਹਾਊਸ ਤੋਂ? ਇੱਥੇ ਕੇਰਲਾ ਦੀ ਸਰਕਾਰ ਉਹਦੇ ਨਾਲ। ਚਲੋ ਆਪਾਂ ਇਦਾਂ ਪਰਿੰਦਰ ਸਿੰਘ ਜੀ, ਆਪਾਂ ਇਦਾਂ ਕਹਿ ਲੈਂਦੇ ਆ ਕਿ ਜੋ ਦਿੱਲੀ ਪੁਲਿਸ ਨੇ ਉਸ ਟਾਈਮ ਕੀਤਾ ਬਿਲਕੁਲ ਸਹੀ ਕੀਤਾ। ਥੋੜੀ ਬਹੁਤ ਦਿੱਲੀ ਪੁਲਿਸ ਵਿੱਚ ਐਡਮਿਨਿਸਟ੍ਰੇਸ਼ਨ ਕਹਿ ਸਕਦੇ ਜੋ ਕਿ ਉੱਥੇ ਭੂਲ ਚੁੱਕ ਹੋ ਗਈ ਆ। ਇਸ ਗੱਲ ਤੇ ਐਗਰੀ ਕਰਦੇ ਜੋ? ਬਿਲਕੁਲ ਹੋਈ ਹੈ ਜੀ। ਹਾਂਜੀ ਕੁਲਵੀਰ ਸਿੰਘ ਜੀ, ਤੁਸੀਂ ਵੀ ਕਰਦੇ ਜੋ? ਮੈਂ ਨਹੀਂ ਕਰਦਾ। ਉਹਦਾ ਰੀਜ਼ਨ ਇਹ ਹੈ ਜੀ ਕਿ ਜੇ ਪੁਲਿਸ ਉੱਥੇ ਗਈ ਆ, ਉਹਨੇ ਪਹਿਲਾਂ ਵਾਇਲੈਂਸ ਰੁਕਿਆ, ਉਸ ਤੋਂ ਬਾਅਦ ਨਹੀਂ ਐਗਜ਼ੈਕਟਲੀ ਉਹੀ ਕਹਿਣ ਡਿਆ ਮੈਂ, ਉਹੀ ਕੁਲਵੀਰ ਸਿੰਘ ਜੀ ਉਹੀ ਕਹਿਣ ਡਿਆ ਵਾਂ ਮੈਂ। ਇੱਕ ਮਿੰਟ ਜੀ, ਜੇ ਉੱਥੇ ਪੁਲਿਸ ਉਸ ਵੇਲੇ ਕਾਰਵਾਈ ਨਾ ਕਰਦੀ ਤੇ ਜਿਹੜੇ ਲੋਕਾਂ ਨੂੰ ਪੁਲਿਸ ਨੇ ਬਾਹਰ ਕੱਢਿਆ ਸੀ, ਜਿਨ੍ਹਾਂ ਦੀ ਕੰਪਲੇਂਟ ਸੀ, ਉਹਨਾਂ ਨੇ ਬਾਹਰ ਹੋਰ ਰੌਲੀ ਪਾ ਕੇ ਬਹਿ ਜਾਣਾ ਸੀ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਪੁਲਿਸ ਨੇ ਦੋਨੋਂ ਕੰਮ ਨਾਲੋਂ ਨਾਲ ਕਰ ਦਿੱਤੇ। ਇੱਕ ਦਿਨ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਉਹ ਜਿਹੜਾ ਨਿਸ਼ਕਰਸ਼ ਕਰਤਾ, ਉਹਨੂੰ ਜਿਹੜਾ ਮੁੱਦਾ ਸੀ ਉਹਨੂੰ ਕਲੀਅਰ ਕਰਤਾ ਕਿ ਹਾਂ ਇੱਥੇ ਜਿਹੜਾ ਬੀਫ ਹੈਗਾ ਉਹ ਜਿਹੜਾ ਹੈਗਾ ਮੱਝ ਦਾ ਆ, ਉਹ ਗਾਂ ਦਾ ਨਹੀਂ ਹੈਗਾ। ਮੁੱਦਾ ਖਤਮ ਹੋ ਗਿਆ। ਜਿਸ ਬੰਦੇ ਨੇ ਝੂਠੀ ਕੰਪਲੇਂਟ ਕੀਤੀ ਉਸ ਬੰਦੇ ਨੂੰ ਅੰਦਰ ਕਰ ਦਿੱਤਾ ਗਿਆ। ਪੁਲਿਸ ਨੇ ਤਾਂ ਸਾਰੀ ਕਾਰਵਾਈ ਬਿਲਕੁਲ ਪਰਫੈਕਟਲੀ ਕੀਤੀ ਹੈ। ਨਹੀਂ ਚਲੋ ਕੁਲਵੀਰ ਸਿੰਘ ਜੀ, ਜੇ ਤੁਸੀਂ ਥੋੜੇ ਚਿਰ ਵਾਸਤੇ ਵੀ ਮੰਨ ਲਓ ਕਿ ਥੋੜੀ ਬਹੁਤ ਜਦੋਂ ਪੈਨਿਕ ਸੀ, ਥੋੜੀ ਬਹੁਤ ਚੂਕ ਹੋ ਜਾਂਦੀ ਹੈ, ਮੰਨ ਲਓ ਕਿ ਦਿੱਲੀ ਪੁਲਿਸ ਚੂਕ ਹੋਈ ਸੀ, ਇਹ ਮੰਨਸ ਤੁਹਾਨੂੰ ਕੋਈ ਹਰਜ ਆ, ਪਰ ਉਹਨਾਂ ਨੇ ਪਰਮਿੰਦਰ ਸਿੰਘ ਜੀ ਉਹਨੇ ਇਹ ਗੱਲ ਤੇ ਮੰਨ ਗਏ ਨੇ ਕਿ ਦਿੱਲੀ ਪੁਲਿਸ ਨੇ ਰਾਈਟ ਐਕਸ਼ਨ ਲਿਆ, ਰਾਈਟ ਟਾਈਮ ਤੇ, ਬਹੁਤ ਛੇਤੀ। ਜਿੱਦਾਂ ਆਪਾਂ ਕੈਨੇਡਾ ਅਮਰੀਕਾ ਜਾਂਦੇ ਮਿੰਟਾਂ 'ਚ ਪੁਲਿਸ ਆ ਗਈ, ਉਹਦਾ ਮਿੰਟਾਂ 'ਚ ਉੱਥੇ ਪੁਲਿਸ ਗਈ ਤੇ ਪੁਲਿਸ ਦਾ ਜਾਣਾ ਬਣਦਾ ਵੀ ਸੀ। ਇੱਕ ਸਟੇਟ ਦਾ ਗੈਸਟ ਹਾਊਸ ਸੀ, ਉੱਥੇ ਕੋਈ VIP ਵੀ ਹੋ ਸਕਦਾ ਸੀ, ਕੋਈ MP MLA ਵੀ ਹੋ ਸਕਦਾ ਸੀ। ਤੇ ਪਰਮਿੰਦਰ ਸਿੰਘ ਜੀ ਇਸ ਗੱਲ ਤੋਂ ਮੰਨਦੇ ਨੇ, ਐਗਰੀ ਨੇ। ਆਈ ਥਿੰਕ ਤੁਹਾਨੂੰ ਵੀ ਇਸ ਗੱਲ ਤੋਂ ਹੁਣ ਐਗਰੀ ਹੋ ਜਾਣਾ ਚਾਹੀਦਾ। ਮਾੜੀ ਮੋਟੀ ਜੇ ਗਲਤੀ ਹੋਈ ਹੈ, ਆਈ ਥਿੰਕ ਵੀ ਸ਼ੁੱਡ ਡਿਸਰਿਗਾਰਡ ਇਟ। ਬਿਲਕੁਲ ਜੀ, ਜਿਹੜੀ ਚੀਜ਼ ਉਹਨਾਂ ਨੇ ਰੋਕ ਦਿੱਤੀ ਆ ਹੋਣ ਤੋਂ, ਉਹਨੂੰ ਦੇਖਦਿਆਂ ਹੋਇਆਂ ਜੇ ਕਿਤੇ ਥੋੜੀ ਬਹੁਤ ਕਿਤੇ ਮੈਂ ਮੰਨ ਲਿਆ ਤੁਹਾਡੇ ਨਾਲ ਅਗਰ ਸਹਿਮਤ ਹੋ ਜਾ 1 ਮਿੰਟ ਵਾਸਤੇ, ਤੇ ਉਸ ਚੀਜ਼ ਨੂੰ ਇਗਨੋਰ ਕਰਨਾ ਚਾਹੀਦਾ ਜੀ ਅਸਲਾ ਕੰਪਲੀਟਲੀ। ਓਕੇ, ਬਟ ਚਲੋ ਹਾਂ, ਮੇਰਾ ਇੱਕ ਸਵਾਲ ਫਿਰ ਇੱਥੇ ਹੈਗਾ ਆ ਕਿ ਜੇ ਦਾਦਰੀ ਕਾਂਡ ਦੀ ਗੱਲ ਕੀਤੀ ਜਾਵੇ, ਦਾਦਰੀ ਕਾਂਡ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਉਸ ਟਾਈਮ ਮੀਟ ਉਹਨਾਂ ਨੇ ਲਿਆ ਸੀਗਾ ਆਪਣੀ ਕਸਟਡੀ ਦੇ ਵਿੱਚ, ਉਹਦੀ ਜਾਂਚ ਲਈ ਤਾਂ ਕਿੰਨੇ ਦਿਨ ਲੱਗ ਗਏ ਸੀਗੇ। ਇਹ ਮੀਟ ਦੀ ਜਾਂਚ ਨੂੰ ਕੁਝ ਘੰਟਿਆਂ ਦੇ ਬਾਅਦ ਹੀ ਇਹ ਡਿਕਲੇਅਰ ਕਰਤਾ ਗਿਆ ਕਿ ਹਾਂਜੀ ਇਹ ਗਾਂ ਦਾ ਮਾਸ ਨਹੀਂ ਹੈਗਾ, ਝੋਟੇ ਦਾ ਮਾਸ ਆ। ਤੁਹਾਨੂੰ ਕੀ ਲੱਗਦਾ ਪਰਮਿੰਦਰ ਜੀ ਕਿ ਪੁਲਿਸ ਜਿਹੜੀ ਇੱਕ ਵਾਰੀ ਨਲਾਇਕੀ ਕਰ ਚੁੱਕੀ ਹੈ, ਰੋਜ਼-ਰੋਜ਼ ਉਹੀ ਨਲਾਇਕੀ ਬਾਰ-ਬਾਰ ਕਰੇ? ਨਹੀਂ,
ਪਰਮਿੰਦਰ ਸਿੰਘ ਜੀ ਹੋ ਸਕਦਾ ਵਾ ਦਿੱਲੀ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਯੂਪੀ ਪੁਲਿਸ ਤੋਂ ਅੱਡ ਹੋਵੇ। ਜੇ ਦਿੱਲੀ ਪੁਲਿਸ ਨੇ ਤੁਹਾਨੂੰ ਇੱਕ ਰਿਪੋਰਟ ਛੇਤੀ ਦੇਤੀ ਆ, ਹੁਣ ਉੱਚ ਵੀ ਪ੍ਰੋਬਲਮ ਹੈ ਕਿ ਛੇਤੀ ਕੋ ਰਿਪੋਰਟ ਆ ਗਈ ਆ। ਮੈਂ ਇਹ ਨਹੀਂ ਕਹਿ ਰਿਹਾ ਹਰਪ੍ਰੀਤ ਜੀ, ਮੈਂ ਸਵਾਲ ਖੜਾ ਕਰ ਰਿਹਾ ਕਿ ਸਵਾਲ ਕੀ ਪਰਮਿੰਦਰ ਜੀ ਨਾ ਇੰਡੀਆ ਦੇ ਸਿਆਸਤਦਾਨਾਂ ਵਾਂਗੂ ਰਿਐਕਟ ਕਰ ਰਹੇ ਆ ਵੀ ਹਰ ਗੱਲ ਤੇ ਕਿੰਤੂ ਪਰੰਤੂ ਆਪਾਂ ਨੇ ਕਰਨੀ ਹੈ। ਮੈਂ ਸਿਆਸਤਦਾਨਾਂ ਵਾਂਗੂ ਰਿਐਕਟ ਨਹੀਂ ਕਰ ਰਿਹਾ ਕੁਲਵੀਰ ਜੀ, ਇਹ ਬਹੁਤ ਹੀ ਲੌਜੀਕਲ ਕੁਐਸਚਨ ਆ ਕਿ ਇੱਕ ਰਿਪੋਰਟ ਜਿਹੜੀ ਹੈਗੀ ਆ ਉਹ ਕਿੰਨੇ ਦਿਨਾਂ ਬਾਅਦ ਆਉਂਦੀ ਆ। ਆਈ ਥਿੰਕ ਇਹ ਲੈਬ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਟੈਸਟ ਹੋਣ ਤੋਂ ਬਾਅਦ ਇਹ ਮਲਟੀਪਲ ਟੈਸਟ ਹੁੰਦੇ ਕਿ ਇੱਕ ਟੈਸਟ ਦੇ ਨਾਲ ਕਲੀਅਰ ਨਹੀਂ ਹੋ ਜਾਂਦਾ ਕਿ ਹਾਂਜੀ ਇਹ ਜਿਹੜਾ ਮਾਸ ਹੈਗਾ ਕਿਸ ਚੀਜ਼ ਦਾ ਹੈਗਾ ਆ। ਸੋ ਇੱਥੇ ਕੁਐਸਚਨ ਕੀ ਆ ਪਰਮਿੰਦਰ ਸਿੰਘ ਜੀ, ਮੈਨੂੰ ਸਮਝ ਨਹੀਂ ਆ ਰਿਹਾ। ਜੇ ਕਿਹਨੇ ਇਹੀ ਮੇਰਾ ਕੁਐਸਚਨ ਹਰਪ੍ਰੀਤ ਜੀ ਇਹੀ ਹੈਗਾ ਆ ਕਿ ਇੱਕ ਇਸ ਚੀਜ਼ ਦੀ ਕ੍ਰੈਡੀਬਿਲਿਟੀ ਦਿੱਲੀ ਗਵਰਨਮੈਂਟ ਨੇ ਦਿੱਲੀ ਸਰਕਾਰ ਪੁਲਿਸ ਨੇ ਕਿੱਦਾਂ ਚੈੱਕ ਕਰ ਲਈ, ਉਹ ਵੀ ਇੱਕ ਦਿਨ ਦੇ ਵਿੱਚ, ਔਰ ਉਸ ਤੋਂ ਬਾਅਦ ਇਹ ਵੀ ਕਹਿ ਦਿੱਤਾ ਕਿ ਹਾਂਜੀ ਇਹ ਝੋਟੇ ਦਾ ਮਾਸ ਆ। ਤੁਹਾਨੂੰ ਲੱਗਦਾ ਵਾ, ਇੱਕ ਮਿੰਟ ਪਰਮਿੰਦਰ ਸਿੰਘ ਜੀ, ਤੁਹਾਨੂੰ ਲੱਗਦਾ ਕਿ ਇਹ ਪਤਾ ਕਰਨ ਚ ਕਿ ਇਹ ਕਿਹਦਾ ਮੀਟ ਆ, ਕਿੰਨਾ ਟਾਈਮ ਲੱਗਦਾ ਹੋਊਗਾ, ਤੁਸੀਂ ਦੱਸੋਗੇ ਮੈਨੂੰ ਜਰਾ। ਹਰਪ੍ਰੀਤ ਜੀ ਜਿੱਥੋਂ ਤੱਕ ਮੇਰੀ ਨੌਲੇਜ ਹੈਗੀ ਆ, ਕਿਸੇ ਵੀ ਜਿਹੜਾ ਕੋਈ ਵੀ ਮਾਸ ਹੈਗਾ ਉਹਨੂੰ ਚੈੱਕ ਕਰਨ ਨੂੰ ਘੱਟ ਤੋਂ ਘੱਟ 1-2 ਦਿਨ ਦਾ ਟਾਈਮ ਜਿਹੜਾ ਆ ਉਹ ਲੱਗਦਾ ਆ। ਔਰ ਉਸ ਤੋਂ ਬਾਅਦ ਜੇ ਮੈਂ ਉਹਦੀ ਬਿਲਕੁਲ ਗਹਿਰਾਈ ਦੇ ਵਿੱਚ ਜਾਣਾ ਚਾਹਾਂ ਸ਼ਾਇਦ ਹੋਰ ਜ਼ਿਆਦਾ ਸਮਾਂ ਲੱਗ ਸਕਦਾ ਆ। ਓਕੇ, ਫਿਰ ਤੁਸੀਂ ਇਹੀ ਕਹਿਣਾ ਚਾਹੁੰਦੇ ਜੋ ਕਿ ਦਿੱਲੀ ਪੁਲਿਸ ਨੇ ਛੇਤੀ ਆਈ, ਉੱਥੇ ਛੇਤੀ ਕਾਰਵਾਈ ਕੀਤੀ, ਪ੍ਰੋਟੈਕਸ਼ਨ ਕੀਤੀ, ਛੇਤੀ ਰਿਪੋਰਟ ਲਿਆਈ, ਉਹ ਗਲਤ ਹੈ, ਟਾਈਮ ਨਾ ਹੋਣਾ ਚਾਹੀਦਾ ਸੀ, ਟਾਈਮ ਨਾਲ ਰਿਪੋਰਟ ਸਾਹਮਣੇ ਲਿਆਉਣੀ ਚਾਹੀਦੀ ਸੀ। ਇਹੀ ਕੰਸਰਨ ਹੈ ਤੁਹਾਡਾ? ਕਿਉਂਕਿ ਮੈਂ ਥੋੜਾ ਜਿਹਾ ਸਮਝ ਨਹੀਂ ਪਾ ਰਿਹਾ। ਮੈਨੂੰ ਤੇ ਪਰਮਿੰਦਰ ਜੀ ਕਨਫਿਊਜ਼ ਲੱਗਦਾ ਜੀ। ਇੱਕ ਪਾਸੇ ਤਾਂ ਕਹਿ ਰਿਹਾ ਜੀ ਉਹ ਬੀਜੇਪੀ ਨੇ ਕਰਵਾ ਦਿੱਤਾ, ਜੇ ਬੀਜੇਪੀ ਨੇ ਕਰਵਾਇਆ ਸੀਗਾ ਤਾਂ ਫਿਰ ਉਹ ਇੱਕ ਦਿਨ ਦੇ ਵਿੱਚ ਜਿਹੜਾ ਸੈਂਪਲ ਸੀਗਾ ਉਹ ਗਾਂ ਦਾ ਮੀਟ ਤੋਂ ਮੱਝ ਦਾ ਮੀਟ ਕਿੱਦਾਂ ਹੋ ਗਿਆ, ਝੋਟੇ ਦਾ ਮੀਟ ਕਿੱਦਾਂ ਹੋ ਗਿਆ ਜੀ? ਫਿਰ ਉਹ ਗਾਂ ਦਾ ਹੀ ਰਹਿਣਾ ਚਾਹੀਦਾ ਸੀਗਾ ਜੇ ਇਹ ਪਲਾਨ ਕੀਤਾ ਹੋਇਆ ਸੀਗਾ। ਨਹੀਂ, ਮੇਰਾ ਸਵਾਲ ਉਹੀ ਆ ਕੁਲਵੀਰ ਜੀ ਇੱਥੇ ਕਿ ਉਹ ਝੋਟੇ ਦਾ ਮਾਸ ਸੀਗਾ, ਇਹ ਗੱਲ ਪੁਲਿਸ ਨੇ ਬਾਅਦ ਵਿੱਚ ਕਹੀ ਆ। ਔਰ ਆਈ ਥਿੰਕ ਕੇਰਲਾ ਗਵਰਨਮੈਂਟ ਦੇ ਜਿਹੜੇ ਉਹ ਕੈਂਟੀਨ ਹੈਗੀ ਆ ਉਹਨਾਂ ਕੋਲ ਇਸ ਗੱਲ ਦੇ ਸਬੂਤ ਵੀ ਹੋਣਗੇ ਕਿ ਹਾਂਜੀ ਉਹਨਾਂ ਵੱਲੋਂ ਜਿਹੜਾ ਇਹ ਮਾਸ ਪਰਚੇਸ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਦੇ ਕੋਲ ਮਾਸ ਡਿਲੀਵਰ ਹੋ ਰਿਹਾ ਉਹ ਗਾਂ ਦਾ ਨਹੀਂ, ਉਹ ਝੋਟੇ ਦਾ ਹੋਊਗਾ। ਇਹ ਗੱਲ ਉਹ ਫਸਟ ਡੇ ਹੀ ਪਤਾ ਕਰ ਸਕਦੀ ਸੀ ਜਾਂ ਨਹੀਂ ਕਰ ਸਕਦੀ ਸੀ? ਨਹੀਂ, ਪਰ ਇਹ ਤੇ ਦੇਖੋ ਜੋ ਉੱਥੇ ਕੰਮ ਕਰ ਰਹੇ ਸੀ ਕਿਚਨ ਵਿੱਚ, ਉਹਨਾਂ ਦੱਸ ਦਿੱਤਾ ਹੋਣਾ ਕਿ ਇੱਥੇ ਬੀਫ ਬਣਦੀ ਆ। ਆਈ ਮੀਨ ਇੱਥੇ ਮੈਨੂੰ ਥੋੜਾ ਇਸ਼ੂ ਨਹੀਂ ਸਮਝ ਆ ਰਿਹਾ। ਜੇ ਦਿੱਲੀ ਪੁਲਿਸ ਨੇ ਛੇਤੀ ਕਾਰਵਾਈ ਕੀਤੀ ਉਹ 'ਚ ਵੀ ਸਾਨੂੰ ਇਸ਼ੂ ਆ, ਜੇ ਰਿਪੋਰਟ ਛੇਤੀ ਆ ਗਈ ਉਹ 'ਚ ਵੀ ਸਾਨੂੰ ਇਸ਼ੂ ਆ। ਕਈ ਵਾਰੀ ਅਸੀਂ ਇਹ ਕਲੇਮ ਕਰਦੇ ਹਾਂ ਕਿ ਪੁਲਿਸ ਆਉਂਦੀ ਨਹੀਂ ਆ, ਘੰਟੇ ਫੋਨ ਕਰੀਦਾ। ਹੁਣ ਜੇ ਸਭ ਕੁਝ ਠੀਕ ਹੋ ਰਿਹਾ, ਆਈ ਡੋਂਟ ਥਿੰਕ ਕਿ ਉਹ 'ਚ ਸਾਨੂੰ ਇਸ਼ੂ ਹੋਣਾ ਚਾਹੀਦਾ ਵਾ। ਹਰਪ੍ਰੀਤ ਜੀ, ਮੈਂ ਜਿਹੜੀ ਕਾਰਵਾਈ ਤੁਸੀਂ ਰਿਪੋਰਟ ਦੀ ਗੱਲ ਕਰ ਰਹੇ ਹੋ, ਰਿਪੋਰਟ ਮੈਂ ਲੌਜੀਕਲੀ ਪੁੱਛਦਾ ਪਿਆ ਕਿ ਕੀ ਇਹ ਪੋਸੀਬਲ ਹੈਗਾ ਆ ਕਿ ਜਿਹੜੀ ਰਿਪੋਰਟ ਨੂੰ 2 ਦਿਨ ਲੱਗਦੇ ਆ ਉਹ ਅੱਧੇ ਦਿਨ ਦੇ ਵਿੱਚ ਜਾਂ 1 ਦਿਨ ਦੇ ਵਿੱਚ ਕਿੱਦਾਂ ਆ ਗਈ ਆ? ਚਲੋ ਦੇਖੋ 2 ਦਿਨ ਦਾ ਨੰਬਰ ਤੁਸੀਂ ਦਿੱਤਾ ਵਾ। ਕੀ ਸ਼ੱਕ ਹੈ ਇਹਦੇ ਤੇ ਵੀ ਕਿਉਂ ਰਿਪੋਰਟ ਇਦਾਂ ਆਈ ਆ? ਮੈਨੂੰ ਇਹ ਦੱਸ ਦਿਓ ਤੁਸੀਂ, ਤੁਹਾਨੂੰ ਕੀ ਸ਼ੱਕ ਆ ਵੀ ਕਿਉਂ ਰਿਪੋਰਟ ਉਹਨਾਂ ਨੇ ਇਦਾਂ ਦਿੱਤੀ ਆ? ਨਹੀਂ, ਇਹਦੇ ਪਿੱਛੇ ਜਿਹੜੇ ਕਾਰਨ ਕੀ ਹੋ ਸਕਦਾ? ਤੁਸੀਂ ਦੱਸ ਦਿਓ ਜੇ ਤੁਹਾਨੂੰ ਕੋਈ ਕਾਰਨ ਲੱਗਦਾ। ਨਹੀਂ, ਇਹਦੇ ਪਿੱਛੇ ਲੌਜਿਕਸ ਜਿਹੜੇ ਹੈਗੇ ਆ, ਹੁਣ ਕਾਰਨ ਵੀ ਮੈਂ ਤੁਹਾਨੂੰ ਦੱਸ ਦਿੰਦਾ। ਹੁਣ ਇੱਥੇ ਪੋਲੀਟੀਕਲ ਮੋਟਿਵ ਜਿਹੜਾ ਆ ਉਹ ਥੋੜਾ ਜਿਹਾ ਸਾਫ਼ ਦਿਖਦਾ ਆ ਕਿ ਹਾਂਜੀ ਇੱਥੇ ਇੱਕ ਸਾਡਾ ਵਿਰੋਧ ਹੋ ਰਿਹਾ, ਔਰ ਦੂਸਰਾ ਜਿਹੜਾ ਕੁਐਸਚਨ ਕੀਤਾ ਜਾ ਰਿਹਾ ਪੁਲਿਸ ਦੀ ਇਸ ਪੂਰੀ ਕਾਰਵਾਈ ਨੂੰ ਤਾਂ ਨਹੀਂ ਮੈਂ ਕਹੂੰਗਾ, ਜਿਹੜੀ ਉੱਥੇ ਅੰਦਰ ਜਾ ਕੇ ਜਿਹੜੀ ਕਾਰਵਾਈ ਕੀਤੀ ਗਈ ਆ ਸਿਕਿਉਰਿਟੀ ਪ੍ਰੋਵਾਈਡ ਕਰਨ ਤੱਕ ਤਾਂ ਮੈਂ ਠੀਕ ਆ, ਪਰ ਉਸ ਤੋਂ ਬਾਅਦ ਜਿਹੜੀ ਜਾਂਚ ਲਈ ਕਾਰਵਾਈ ਕੀਤੀ ਗਈ ਆ, ਹਾਂਜੀ ਸਾਰਾ ਸਮਾਨ ਜਿਹੜਾ ਉਹ ਜ਼ਬਤ ਕਰ ਲਿਆ ਗਿਆ, ਉਹਦੇ ਉੱਤੇ ਸਵਾਲ ਜਿਹੜੇ ਮੈਂ ਖੜੇ ਕਰ ਰਿਹਾ। ਸੋ ਇੱਥੇ ਜਿਹੜਾ ਉਹ ਮਾਸ ਸਰਵ ਕੀਤਾ ਜਾ ਰਿਹਾ ਸੀ ਜਾਂ ਬਣਾਇਆ ਜਾ ਰਿਹਾ ਸੀ, ਜੋ ਵੀ ਸੀ ਉਹ ਪ੍ਰੋਪਰ ਇੱਕ ਆਥੈਂਟਿਕ ਕਿਸੇ ਵੀ ਸਪਲਾਇਰ ਤੋਂ ਕੀਤਾ ਜਾ ਸਕਦਾ ਕਿ ਨਹੀਂ ਜਾ ਸਕਦਾ। ਔਰ ਇਹਦੀ ਪੁਸ਼ਟੀ ਸ਼ਾਇਦ ਉਸੇ ਦਿਨ ਕੀਤੀ ਜਾ ਸਕਦੀ ਸੀ ਕਿ ਜੇ ਦਿੱਲੀ ਪੁਲਿਸ ਚਾਹੁੰਦੀ ਉਸੇ ਵੇਲੇ ਕੀਤੀ ਜਾ ਸਕਦੀ ਸੀ ਇਨਫੈਕਟ। ਤਾਂ ਪੁਲਿਸ ਨੇ ਉਸੇ ਵੇਲੇ ਕੀਤੀ ਆ। ਪਰਮਿੰਦਰ ਜੀ ਤੁਸੀਂ ਮੈਨੂੰ ਮੈਂ ਕਹਿ ਰਿਹਾ ਤੁਸੀਂ ਅੱਜ ਕਨਫਿਊਜ਼ ਹੋ, ਤੁਸੀਂ ਕਹਿ ਰਹੇ ਕਿ ਉਸੇ ਵੇਲੇ ਕੀਤੀ ਜਾ ਸਕਦੀ ਸੀ। ਜੇ ਪੁਲਿਸ ਨੇ ਉਸੇ ਦਿਨ ਕਰ ਦਿੱਤੀ ਆ, ਤੁਹਾਨੂੰ ਉਹ ਵੀ ਪਸੰਦ ਨਹੀਂ ਹੈਗੀ ਗੱਲ ਜੀ? ਉਹਨਾਂ ਦਾ ਜੋ ਸਟੇਟਮੈਂਟ ਆਈ ਹੈਗੀ ਹੈ ਕਿ ਉਹਨਾਂ ਵੱਲੋਂ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਆ। ਬਿਲਕੁਲ, ਜਾਂਚ ਦਾ ਮਤਲਬ ਆ ਕਿ ਕਿੱਥੋਂ ਆਇਆ, ਕਿੱਥੇ ਗਿਆ। ਜੇ ਉਹਨਾਂ ਨੇ ਕੋਈ ਲੈਬ ਟੈਸਟ ਕੀਤਾ ਹੋਊਗਾ ਉਹ ਵੀ ਕੀਤਾ ਹੋਊਗਾ। ਪੁਲਿਸ ਨੇ ਆਪਣੀ ਰਿਪੋਰਟ ਤਾਂ ਜਾਂਚ ਤੋਂ ਬਾਅਦ ਹੀ ਦੇਣੀ ਹੈ ਨਾ ਪਰਮਿੰਦਰ ਜੀ। ਇੱਥੇ ਬਿਲਕੁਲ ਜਾਂਚ ਤੋਂ ਬਾਅਦ ਦੇਣੀ ਹੈ। ਮੈਂ ਉਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਜਦੋਂ ਉਹਨਾਂ ਨੇ ਉਹ ਸਮਾਨ ਜ਼ਬਤ ਕੀਤਾ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀਗਾ ਕਿ ਇੱਥੇ ਜੋ ਵੀ ਸਮਾਨ ਆ ਰਿਹਾ ਉਹ ਪ੍ਰੋਪਰ ਸਪਲਾਇਰ ਕੋਲੋਂ ਆ ਰਿਹਾ, ਪ੍ਰੋਪਰ ਜਿਹੜਾ ਹੈਗਾ ਆ ਵੈਂਡਰਸ ਦੇ ਥਰੂ ਉਹ ਉਹਦੇ ਕੋਲ ਪਹੁੰਚ ਰਿਹਾ ਆ। ਸੋ ਇਸ ਗੈਸਟ ਹਾਊਸ ਦੇ ਵਿੱਚ ਜੋ ਵੀ ਸਮਾਨ ਬਣਦਾ ਪਿਆ ਆ ਉਹਦੇ ਬਾਰੇ ਭਾਵੇਂ ਬਿਲਕੁਲ ਸਰਕਾਰੀ
ਬਿਲਕੁਲ ਠੀਕ ਗੱਲ ਹੈ। ਭਾਵੇਂ ਜੇ ਉਹਨਾਂ ਕੋਲ ਕਿਸੇ ਜਿਹੜਾ ਹੈਗਾ ਕੋਈ ਜਿਹੜਾ ਵੈਂਡਰ ਹੈਗਾ ਰਜਿਸਟਰਡ ਸਪਲਾਇਰ ਹੈਗਾ ਉੱਥੋਂ ਆ ਰਿਹਾ, ਮੈਂ ਮੰਨਦਾ, ਪਰ ਪੁਲਿਸ ਨੂੰ ਇਹ ਚੀਜ਼ਾਂ ਕਨਫਰਮ ਕਰਨ ਵਾਸਤੇ, ਪੁੱਛਣ ਵਾਸਤੇ, ਉਹਨਾਂ ਨੂੰ ਆਪਣੀ ਕਾਰਵਾਈ ਕਰਨ ਵਾਸਤੇ ਟਾਈਮ ਤਾਂ ਲੱਗਣਾ ਸੀ ਨਾ ਪਰਮਿੰਦਰ ਜੀ। ਇਹ ਤਾਂ ਹੈ ਨਹੀਂ ਸੀਗਾ ਕਿ ਉਹ ਕਹਿ ਦਿੰਦੇ ਹਾਂਜੀ ਹਾਂਜੀ ਹੋ ਗਿਆ ਜੀ ਹੋ ਗਿਆ। ਐਕਚੁਅਲੀ ਜੇ ਕਿਤੇ ਉਹ ਬਾਏ ਕਰਦੇ ਸੀਗੇ, ਉਹਨਾਂ ਨੇ ਕੋਈ ਉਹਨਾਂ ਦੇ ਬਿੱਲ ਦੇਖੇ ਹੋਣਗੇ, ਉਹਨਾਂ ਦੇ ਉੱਪਰ ਕੁਝ ਲਿਖਿਆ ਹੋਊਗਾ, ਤਾਂ ਹੀ ਹੈ ਨਾ। ਕਾਰਵਾਈ ਕਰਨ ਨੂੰ ਟਾਈਮ ਤਾਂ ਲੱਗਣਾ ਸੀ। ਤੁਸੀਂ ਕੀ ਚਾਹੁੰਦੇ ਕਿ ਉਹ ਨਾ ਕਰਦੇ ਕਾਰਵਾਈ, ਨਾ ਚੈੱਕ ਕਰਦੇ ਸਾਰਾ ਕੁਝ? ਉਸ ਵੇਲੇ ਆ ਜਾਂਦੇ, ਅਗਲੇ ਦਿਨ ਜਾਂਦੇ ਜੀ ਹਾਂਜੀ ਹੁਣ ਦਿਖਾ ਲਓ ਜੀ ਸਾਨੂੰ ਕੀ ਤੁਹਾਡਾ ਹੈਗਾ ਜੀ ਸਾਰਾ ਕੁਝ। ਮੈਂ ਇਹ ਗੱਲ ਕੁਲਵੀਰ ਜੀ, ਆਈ ਥਿੰਕ ਜਦੋਂ ਵੀ ਕੋਈ ਇਦਾਂ ਦੀ ਐਮਰਜੈਂਸੀ ਸਿਚੁਏਸ਼ਨ ਹੋਵੇ, ਪੁਲਿਸ ਬਿਲਕੁਲ ਹਰ ਇੱਕ ਤਰ੍ਹਾਂ ਦਾ ਵਾਰੰਟ ਜਿਹੜਾ ਆ ਉਹ ਇਸ਼ੂ ਕਰਵਾ ਸਕਦੀ ਹੈ। ਸੋ ਇੱਥੇ ਵੀ ਉਹ ਪ੍ਰੋਪਰ ਵਾਰੰਟ ਇਸ਼ੂ ਕਰਕੇ ਪ੍ਰੋਪਰ ਕਾਰਵਾਈ ਕਰ ਸਕਦੀ ਸੀਗੀ, ਰਾਦਰ ਦੈਨ ਕਿ ਜਸਟ ਉੱਥੇ ਜਾ ਕੇ ਪਰਮਿੰਦਰ ਸਿੰਘ ਜੀ ਥੋੜਾ ਜਿਹਾ ਆਪਾਂ ਗੱਲ ਨੂੰ ਅੱਗੇ ਵਧਾਈਏ। ਅਜੇ ਤੱਕ ਜੋ ਗੱਲਬਾਤ ਆਪਾਂ ਕਰ ਰਹੇ ਹਾਂ, ਮੈਨੂੰ ਕੁਝ ਲੱਗ ਨਹੀਂ ਰਿਹਾ ਕਿ ਇੱਥੇ ਦਿੱਲੀ ਪੁਲਿਸ ਦੇ ਉੱਤੇ ਕੁਐਸਚਨ ਕੀਤੇ ਜਾਣ ਜਾਂ ਫਿਰ ਉਹਨਾਂ ਦੀ ਕਾਰਵਾਈ ਉੱਤੇ ਕੁਐਸਚਨ ਕੀਤੇ ਜਾਣ। ਜੇ ਥੋੜੀਆਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਤੇ ਆਈ ਥਿੰਕ ਉਹਦਾ ਤੁਸੀਂ ਥੋੜਾ ਬਹੁਤ ਦਿੱਲੀ ਪੁਲਿਸ ਨੂੰ ਕ੍ਰੈਡਿਟ ਵੀ ਦੇ ਦਿਓ ਕਿ ਚਲੋ ਛੇਤੀ ਛੇਤੀ ਜੀ ਇਹਨਾਂ ਨੇ ਕੋਈ ਗਲਤ ਕੰਮ ਕਰ ਲਿਆ ਤਾਂ ਲੈਟ ਇਟ ਗੋ। ਕੁਐਸਚਨ ਮੇਰਾ ਅਗਲਾ ਇਹ ਆ ਕਿ ਇਹ ਮੁੱਦੇ ਨੂੰ ਪੋਲੀਟੀਕਲ ਜਾਣ ਕੇ ਬਣਾਇਆ ਗਿਆ, ਪੋਲੀਟੀਕਲ ਪਾਰਟੀਆਂ ਨੇ ਆਪਣਾ ਫਾਇਦਾ ਲੈਣ ਵਾਸਤੇ? ਕੁਲਵੀਰ ਜੀ। ਬਿਲਕੁਲ ਜੀ ਬਿਲਕੁਲ। ਇਹਨੂੰ ਬੇਸਿਕਲੀ ਤੇ ਇਹਨੂੰ ਆਪ ਨੇ ਚੱਕਿਆ ਦਿੱਲੀ ਚੋਂ, ਕਿਉਂਕਿ ਆਪ ਇਸ ਜਿਹੜੀ ਗੱਲ ਨੂੰ ਹੈਗੀ ਆ, ਪੁਲਿਸ ਦੀ ਕਾਰਵਾਈ ਨੂੰ ਹੈਗੀ ਆ, ਉਹ ਬੀਜੇਪੀ ਨਾਲ ਜੋੜ ਕੇ ਆਪਣੀ ਸਿਆਸਤ ਕਰਨਾ ਚਾਹੁੰਦੀ ਹੈ ਇਸ ਵੇਲੇ। ਕਿਉਂਕਿ ਸਭ ਨੂੰ ਪਤਾ ਹੈ ਕਿ ਆਪ ਦੀ ਜਿਹੜੀ ਗਵਰਨਮੈਂਟ ਐਡਮਿਨਿਸਟ੍ਰੇਸ਼ਨ ਹੈਗੀ ਆ ਔਰ ਦਿੱਲੀ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਹੈਗਾ, ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ। ਔਰ ਪਿਛਲੇ ਜਦੋਂ ਤੋਂ ਸਰਕਾਰ ਬਣੀਆਂ ਉਦੋਂ ਤੋਂ ਇੱਕ ਦੂਸਰੇ ਨੂੰ ਜਿਹੜੀ ਬਲੇਮ ਗੇਮ ਹੈਗੀ ਇਹਨਾਂ ਦੀ ਉਹ ਚੱਲਦੀ ਪਈ ਆ। ਤੇ ਆਪ ਕਿਤੇ ਨਾ ਕਿਤੇ ਇਸ ਕਾਰਵਾਈ ਨੂੰ ਜਿਹੜੀ ਹੈਗੀ ਆ ਉਹ ਪੁਲਿਸ ਦੀ ਇਸ ਕਾਰਵਾਈ ਨੂੰ ਬੀਜੇਪੀ ਨਾਲ ਜੋੜਨ ਦੇ ਚੱਕਰ ਵਿੱਚ ਪਈ ਹੈ, ਜਦ ਕਿ ਸਾਰਾ ਕੁਝ ਕਲੀਅਰ ਹੈਗਾ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਆਪ ਜਿਹੜੀ ਹੈਗੀ ਆ ਉਹਦੇ ਕੋਲੋਂ ਇਹੋ ਜਿਹੀ ਚੀਜ਼ਾਂ ਅਸੀਂ ਜਿਹੜੀ ਹੈਗੀ ਬਿਲਕੁਲ ਵੀ ਉਮੀਦ ਨਹੀਂ ਕਰਦੇ ਕਿ ਆਪ ਇਦਾਂ ਦੀ ਜਿਹੜੀ ਪੋਲਿਟਿਕਸ ਦੇ ਵਿੱਚ ਵੀ ਇਦਾਂ ਦੀ ਸਿਆਸਤ ਵੀ ਕਰਨ ਲੱਗ ਪਊਗੀ। ਹੁਣ ਉਹ ਕਰਨ ਲੱਗ ਪਏ ਨੇ ਤੇ ਜਿਹੜਾ ਸਾਫ਼ ਦਿਸਣ ਲੱਗ ਪਿਆ, ਜਦੋਂ ਨਹੀਂ ਕਰਦੇ ਸੀ ਉਹ ਵੀ ਦਿਖਦਾ ਸੀਗਾ ਜੀ। ਪਰਮਿੰਦਰ ਸਿੰਘ ਜੀ ਸੇਮ ਕੁਐਸਚਨ। ਹਰਪ੍ਰੀਤ ਜੀ, ਇਹਦੇ ਵਿੱਚ ਪੋਲੀਟੀਕਲ ਕੁਲਵੀਰ ਜੀ ਨੇ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਸ਼ਰੇਆਮ ਇਹਦੇ ਤੋਂ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਹੀ ਆ। ਕੁਲਵੀਰ ਜੀ, ਮੈਂ ਤੁਹਾਡੀ ਨੌਲੇਜ ਦੱਸਣਾ ਚਾਹੁੰਦਾ ਮੈਂ ਬਲੇਮ ਗੇਮ ਦੀ ਗੱਲ ਕੀਤੀ ਹੈਗੀ। ਜਦੋਂ ਵੀ ਪੁਲਿਸ ਦੀ ਕਾਰਵਾਈ ਹੁੰਦੀ ਆ ਉਹ ਸਿਆਸੀ ਤੌਰ ਤੇ ਬਲੇਮ ਗੇਮ ਕਰਦੀ ਹੈ। ਮੈਨੂੰ ਆਪਣਾ ਪੱਖ ਜਿਹੜਾ ਪੂਰਾ ਰੱਖ ਲੈਂਦੇ ਹੋ। ਆਈ ਥਿੰਕ ਆਪ ਵੱਲੋਂ ਸਵਾਲ ਕੀਤੇ ਜਾਣ ਤੋਂ ਪਹਿਲਾਂ ਜਿਹੜੇ ਕੇਰਲਾ ਦੇ ਮੁੱਖ ਮੰਤਰੀ ਸੀਗੇ ਚੈਂਡੀ ਜੀ, ਉਹਨਾਂ ਵੱਲੋਂ ਕੁਐਸਚਨ ਕੀਤਾ ਗਿਆ ਕਿ ਹਾਂਜੀ ਇਹ ਜਿਹੜੀ ਰੇਡ ਹੋਈ ਆ ਇਹ ਕਿਉਂ ਕੀਤੀ ਗਈ ਆ, ਕਿਹੜੇ ਅਥਾਰਟੀ ਦੇ ਨਾਲ ਕੀਤੀ ਗਈ ਆ। ਉਹਨਾਂ ਦੇ ਸਵਾਲ ਕਰਨ ਤੋਂ ਬਾਅਦ ਪਰਮਿੰਦਰ ਸਿੰਘ ਜੀ ਇੱਥੇ ਕੁਐਸਚਨ ਆ, ਮੈਨੂੰ ਇੱਕ ਕੁਐਸਚਨ ਆ, ਜਿਹੜੇ ਕੇਰਲਾ ਦੇ ਮੁੱਖ ਮੰਤਰੀ ਚੈਂਡੀ ਜੀ, ਤੁਹਾਨੂੰ ਪਤਾ ਕਿਹੜੀ ਪਾਰਟੀ ਨਾਲ ਰਾਬਤਾ ਰੱਖਦੇ ਨੇ? ਜੀ ਨਹੀਂ ਕੁਲਵੀਰ ਜੀ। ਬਿਲਕੁਲ ਇਸ ਨੇ ਮੈਨੂੰ ਵੀ ਨਹੀਂ ਇਹਦੇ ਬਾਰੇ ਨੌਲੇਜ ਜੀ ਕੋਈ ਖਾਸ, ਪਰ ਇੰਨਾ ਮੈਨੂੰ ਪਤਾ ਕਿ ਉਹਨਾਂ ਦਾ ਕਿਸੇ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ ਜੀ ਕਾਂਗਰਸ ਨਾਲ ਉਹਨਾਂ ਦਾ ਅਲਾਈਅੰਸ ਆ। ਕੇਰਲਾ ਵਿੱਚ ਬੀਜੇਪੀ ਕੋਲ 0 ਸੀਟਾਂ ਨੇ ਯਾਰ ਕੀ। ਹਾਂਜੀ, ਤੇ ਮੈਂ ਤੁਹਾਨੂੰ ਇਹ ਆਖਣਾ ਕਿ ਜੋ ਕੇਰਲਾ ਦੇ ਮੁੱਖ ਮੰਤਰੀ ਆ ਪਰਮਿੰਦਰ ਸਿੰਘ ਜੀ, ਉਹ ਤੁਸੀਂ ਉਹਨਾਂ ਦਾ ਕਾਂਗਰਸ ਨਾਲ ਅਲਾਈਅੰਸ ਆ, ਐਂਟੀ ਬੀਜੇਪੀ ਹੋ ਗਏ। ਬਿਲਕੁਲ। ਜੇ ਬਾਈ ਜੀ ਨੂੰ ਮੌਕਾ ਮਿਲੂਗਾ, ਜੇ ਕਾਂਗਰਸ ਨੂੰ ਮੌਕਾ ਮਿਲੂਗਾ, ਬੀਜੇਪੀ ਉੱਤੇ ਉਂਗਲ ਉਠਾਉਣ ਦਾ ਉਠਾਊਗੀ ਨਹੀਂ ਉਠਾਊਗੀ? ਬਿਲਕੁਲ ਉਠਾਊਗੀ ਜੀ। ਤੇ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਤੁਹਾਨੂੰ ਨਹੀਂ ਲੱਗਦਾ ਇੱਥੇ ਐਗਜ਼ੈਕਟਲੀ ਉਹੀ ਹੋ ਰਿਹਾ ਵਾ? ਤੁਸੀਂ ਆਪੇ ਕਹਿ ਰਹੇ ਜੋ ਆਪ ਨੂੰ ਪੋਲੀਟੀਕਲ ਬੈਨੀਫਿਟ ਹੈ, ਆਪ ਦਿੱਲੀ ਪੁਲਿਸ ਆਪਣੇ ਅੰਡਰ ਚਾਹੁੰਦੀ ਆ। ਅਸੀਂ ਇਹ ਗੱਲ ਨਹੀਂ ਕਰਨੀ ਕਿ ਦਿੱਲੀ ਪੁਲਿਸ ਅੰਡਰ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ। ਅਸੀਂ ਇਹ ਗੱਲ ਕਰਨੀ ਆ ਕਿ ਇਹ ਜਿਹੜਾ ਇਨਸੀਡੈਂਟ ਹੋਇਆ ਇਹ 'ਚ ਪਾਰਟੀਆਂ ਪੋਲੀਟੀਕਲ ਬੈਨੀਫਿਟ ਉਠਾਉਣ ਦੀ ਕੋਸ਼ਿਸ਼ ਕਰ ਰਹੀਆਂ ਨਹੀਂ ਕਰ ਰਹੀਆਂ। ਇਸ ਮੁੱਦੇ ਨੂੰ ਜਾਣ ਕੇ ਪੋਲੀਟੀਕਲ ਬਣਾ ਕੇ ਉੱਚਾ ਚੱਕਿਆ ਜਾ ਰਿਹਾ ਨਹੀਂ ਚੱਕਿਆ ਜਾ ਰਿਹਾ। ਤੁਹਾਡੇ ਸਾਹਮਣੇ ਦਿੱਲੀ ਸਰਕਾਰ ਆਪ ਦੀ ਕੇਰਲਾ 'ਚ ਅਲਾਈਅੰਸ ਹੈ ਕਾਂਗਰਸ ਨਾਲ। ਹਰਪ੍ਰੀਤ ਜੀ, ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਹਾਂ ਅਗਰ ਉਹਨਾਂ ਦੇ ਕਾਂਗਰਸ ਦੇ ਨਾਲ ਅਲਾਈਅੰਸ ਹੈ ਵੀ, ਇਸ ਦੇ ਬਾਵਜੂਦ ਵੀ ਬੀਜੇਪੀ ਦੇ ਉੱਤੇ ਉਹ ਦਬਾਅ ਜਿਸੇ ਤਰੀਕੇ ਨਾਲ ਵੀ ਬਣਾਉਣਾ ਚਾਹੁੰਦੇ ਆ, ਚਾਹੇ ਉਹ ਸੈਂਟਰ ਦੇ ਉੱਤੇ ਹੋਵੇ, ਉੱਥੇ ਇੱਕ ਚੀਜ਼ ਸਾਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਹਾਂਜੀ ਠੀਕ ਆ ਉਹਨਾਂ ਦਾ ਅਲਾਈਅੰਸ ਹੈਗਾ ਵੀ ਆ। ਉਹ ਜੇ ਇੰਨੀ ਗੱਲ ਕਮੈਂਟ ਕਰਦੇ ਵੀ ਪਏ ਆ, ਕੋਈ ਨਾ ਕੋਈ ਲੌਜਿਕ ਤਾਂ ਉਹਦੇ ਪਿੱਛੇ ਹੋਊਗਾ। ਇੱਕ ਸਰਕਾਰੀ ਇੱਕ ਇਹ ਵੀ ਨਹੀਂ ਹੈਗਾ ਕਿ ਉਹ ਤੁਹਾਡੀ ਸਟੇਟ ਜਿਹੜੀ ਹੈਗੀ ਆ ਉੱਥੇ ਹੁਣ ਕੀ ਮੈਂ ਇੱਥੇ ਕੁਐਸਚਨ ਕਰ ਸਕਦਾ ਕਿ ਜਿਹੜੀ ਦਿੱਲੀ ਪੁਲਿਸ ਹੈਗੀ ਆ ਉਹ ਕਿਸੇ ਵੀ ਸੈਂਟਰਲ ਗਵਰਨਮੈਂਟ ਦੇ ਕਿਸੇ ਵੀ ਅਦਾਰੇ ਵਿੱਚ ਜਾ ਕੇ ਇਸ ਤਰ੍ਹਾਂ ਰੇਡ ਕਰ ਸਕਦੀ ਆ? ਕੀ ਉਹ ਜਾ ਕੇ ਜਿਹੜੀ ਪਾਰਲੀਮੈਂਟ ਹਾਊਸ ਆ ਉਹਦੇ ਵਿੱਚ ਇਦਾਂ ਰੇਡ ਕਰ ਸਕਦੀ ਆ? ਪਰ ਜਾ ਕੇ ਜੇ ਬੀਫ ਦੀ ਗੱਲ ਹੈ, ਜਿੱਥੇ ਇਹ ਡਰ ਹੋਵੇ ਕਿ ਕੋਈ ਮਾਰਕਟ ਹੋ ਸਕਦੀ ਆ, ਬਚਾ ਸਕਦੀ ਆ, ਬਿਲਕੁਲ ਬਚਾ ਸਕਦੀ ਆ। ਸਥਿਤੀ ਨਹੀਂ ਦੇਖ ਰਹੇ। ਬਿਲਕੁਲ
ਉੱਥੇ ਹਿੰਦੂ ਸੈਨਾ ਦੇ ਮੈਂਬਰ ਵੜ ਚੁੱਕੇ ਸੀ, ਉਹਨਾਂ ਵੱਲੋਂ ਕਾਲ ਕੀਤੀ ਗਈ ਕਿ ਜੇ ਤੁਸੀਂ ਨਹੀਂ ਕਾਰਵਾਈ ਕਰਨੀ ਅਸੀਂ ਜਿਹੜਾ ਹੈਗਾ ਇੱਥੇ ਆਪਣੀ ਕਾਰਵਾਈ ਕਰਾਂਗੇ। ਉਸ ਵੇਲੇ ਕੁਝ ਵੀ ਉੱਥੇ ਘਟਨਾ ਘਟ ਸਕਦੀ ਸੀ। ਇਹਨੂੰ ਬੀਫ ਇਹਨੂੰ ਵਾਪਸ ਉਸੇ ਮੁੱਦੇ ਤੇ ਜਾ ਰਹੇ ਹਾਂ। ਆਈ ਥਿੰਕ ਇੱਥੇ ਕੁਐਸਚਨ ਪੋਲੀਟੀਕਲ ਕੀਤਾ ਜਾ ਰਿਹਾ। ਸੋ ਇੱਥੇ ਦੈਟਸ ਰਾਈਟ ਕੁਲਵੀਰ ਜੀ, ਸਟਿਕ ਟੂ ਦਾ ਕੁਐਸਚਨ। ਹਾਂਜੀ, ਜੇ ਇੱਥੇ ਪੋਲੀਟੀਕਲ ਫਾਇਦਾ ਹੀ ਲੈਣਾ ਆ, ਆਈ ਥਿੰਕ ਕੇਰਲਾ ਦੇ ਵਿੱਚ ਤਾਂ ਉਹਨਾਂ ਨੂੰ ਆਲਰੇਡੀ ਪੋਲੀਟੀਕਲ ਫਾਇਦਾ ਹੈਗਾ ਆ। ਸੋ ਉਹ ਹੋਰ ਕਿੰਨਾ ਫਾਇਦਾ ਚੱਕਣਾ ਚਾਹੁੰਦੇ ਆ ਇਤੋਂ? ਉਹ ਅਗਰ ਉਹਨਾਂ ਨੇ ਕੁਐਸਚਨ ਕੀਤਾ ਉਹਦੇ ਪਿੱਛੇ ਲੌਜੀਕ ਹੋਏਗਾ, ਉਹਨਾਂ ਦਾ ਕੁਐਸਚਨ ਜਾਇਜ਼ ਹੋਊਗਾ ਤਾਂ ਹੀ ਉਹਨਾਂ ਨੇ ਕੀਤਾ। ਆਲਰੇਡੀ ਉਹ ਫਾਇਦੇ ਦੇ ਵਿੱਚ ਹੈਗੇ ਆ। ਸੋ ਇਸ ਤੋਂ ਹੋਰ ਫਾਇਦਾ ਕੀ ਚੱਕਣਾ ਚਾਹੁੰਦੇ ਆ? ਫਾਇਦੇ ਦੇ ਵਿੱਚ ਕੇਰਲਾ ਵਿੱਚ ਕਾਂਗਰਸ ਇਸ ਵੇਲੇ ਜਿਹੜੀ ਨੈਸ਼ਨਲ ਲੈਵਲ ਤੇ ਹੈਗੀ ਆ ਉਹ ਐਂਟੀ ਪਾਰਟੀ ਆ ਬੀਜੇਪੀ ਦੀ। ਬਿਲਕੁਲ ਠੀਕ ਹੈ, ਉਹ ਜਦੋਂ ਵੀ ਮੌਕਾ ਮਿਲੇਗਾ ਉਹ ਫਾਇਦਾ ਲੈਣ ਦੀ ਕੋਸ਼ਿਸ਼ ਕਰਨਗੇ, ਉਹ ਬਲੇਮ ਕਰਨਗੇ। ਮੇਰਾ ਸਵਾਲ ਇਹੀ ਆ ਗੁਲਬੀਰ ਜੀ ਕਿ ਉੱਥੇ ਉਹ ਕਿੰਨਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਹੇ ਆ, ਹੋਰ ਕਿੰਨਾ ਫਾਇਦਾ ਚਾਹੀਦਾ? ਸਾਰੀਆਂ ਸੀਟਾਂ ਦਾ ਉਹਨਾਂ ਕੋਲ, ਬੀਜੇਪੀ ਦੀ ਕੋਲ ਤਾਂ 0 ਸੀਟਾਂ ਆ। ਇਸ ਵਾਰੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਮੈਂ ਇਸ ਨੂੰ ਬੀਜੇਪੀ ਨਾਲ ਜੋੜ ਕੇ ਨਹੀਂ ਦੇਖਦਾ। ਪਰਮਿੰਦਰ ਸਿੰਘ ਜੀ, ਇਹ ਮੁੱਦਾ ਕੇਰਲਾ 'ਚ ਨਹੀਂ ਹੋ ਰਿਹਾ, ਇਹ ਮੁੱਦਾ ਦਿੱਲੀ 'ਚ ਹੋ ਰਿਹਾ। ਇੱਕ ਨੈਸ਼ਨਲ ਇਸ਼ੂ ਬਣ ਚੁੱਕਿਆ। ਹਰ ਟੀਵੀ ਚੈਨਲ ਤੇ, ਇੰਟਰਨੈਸ਼ਨਲ ਦਾ ਆਮ ਨਾਟ ਸ਼ੋਰ, ਬਟ ਇੰਡੀਆ ਦੇ ਹਰ ਟੀਵੀ ਚੈਨਲ ਤੇ ਇਹ ਮੁੱਦਾ ਛਾਇਆ ਹੋਇਆ ਬਣ ਚੁੱਕਿਆ, ਰਾਈਟ? ਤੇ ਡੋਂਟ ਯੂ ਥਿੰਕ ਇਟਸ ਇੱਕ ਗੁੱਡ ਇਮੇਜ ਇੰਡੀਆ ਜਿੱਥੇ ਆ ਰਹੀ ਹੈ ਕਿ ਜੇ ਕੋਈ ਕਿਸੇ ਨੇ ਗਲਤ ਅਫਵਾਹ ਉਡਾਈ ਸੀ, ਪੁਲਿਸ ਨੇ ਐਟਲੀਸਟ ਆ ਕੇ ਆਪਣਾ ਕੰਮ ਕੀਤਾ, ਕਿਸੇ ਨੂੰ ਵੀ ਕੋਈ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ। ਕੁਲਵੀਰ ਜੀ, ਇੱਥੇ ਮੇਰਾ ਤੁਹਾਡੇ ਵਾਸਤੇ ਕੁਐਸਚਨ ਹੈ, ਇੱਕ ਵੀ ਕਾਂਗਰਸ ਦਾ ਜਾਂ ਆਮ ਆਦਮੀ ਦਾ MLA MP ਨੇ ਇਹ ਗੱਲ ਆਖੀ ਆ ਕਿ ਦਿੱਲੀ ਪੁਲਿਸ ਨੇ ਇੱਥੇ ਐਟਲੀਸਟ ਚਲੋ ਟਾਈਮ ਤੇ ਪਹੁੰਚ ਗਈ ਤਾਂ ਕਿ ਜਾਨ ਮਾਲ ਕੋਈ ਨੁਕਸਾਨ ਨਹੀਂ ਹੋਇਆ? ਬਿਲਕੁਲ ਨਹੀਂ ਜੀ। ਮੈਂ ਤਾਂ ਜਿੰਨੇ ਪੋਲੀਟੀਕਲ ਲੀਡਰਸ ਦੇ ਹੁਣ ਤੱਕ ਬਿਆਨ ਆਏ ਆ, ਇਨਕਲੂਡਿੰਗ ਆਪ, ਕਾਂਗਰਸ ਜਾਂ ਹੋਰ ਵੀ ਜਿਹੜੇ ਹੋਰ ਹੈਗੇ ਨੇ, ਸਾਰਿਆਂ ਨੇ ਜਿਹੜਾ ਹੈਗਾ ਉਹ ਇਹਨੂੰ ਬੀਜੇਪੀ ਨਾਲ ਜੋੜ ਕੇ ਆਪਣੀ ਜਿਹੜੀ ਰਾਜਨੀਤੀ ਖੇਡਣੀ ਸ਼ੁਰੂ ਕਰ ਦਿੱਤੀ ਆ। ਕਿਸੇ ਨੇ ਧਿਆਨ ਨਹੀਂ ਕੀਤਾ ਕਿ ਪੁਲਿਸ ਨੇ ਕਾਰਵਾਈ ਕਿਉਂ ਕੀਤੀ ਆ। ਪੁਲਿਸ ਨੇ ਹਾਲਾਂਕਿ ਕਿਹਾ ਵੀ ਅਸੀਂ ਕਾਰਵਾਈ ਕਿਉਂ ਕੀਤੀ, ਉਹਨੂੰ ਉਸ ਚੀਜ਼ ਨੂੰ ਇਗਨੋਰ ਕਰਕੇ ਲੋਕ ਸਿਰਫ ਇਹਦਾ ਪੋਲੀਟੀਕਲ ਐਂਗਲ ਹੀ ਦੇਖ ਰਹੇ ਆ, ਹੋਰ ਕੁਝ ਨਹੀਂ ਦੇਖ ਰਹੇ ਜੀ। ਇੱਥੇ ਕੁਝ ਚੀਜ਼ਾਂ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ ਵਾਂ। ਮੈਂ ਜਦੋਂ ਅੱਜ ਇੰਡੀਆ ਗੱਲਬਾਤ ਕਰ ਰਿਹਾ ਸੀ ਤਾਂ ਮੈਨੂੰ ਇੱਕ ਦੋ ਰਿਪੋਰਟਰ ਨੇ ਗੱਲ ਦੱਸੀ ਕਿ ਜਿਹੜੇ ਬੀਫ ਨਾਲ ਕਤਲ ਹੋ ਰਹੇ ਨੇ, ਇਹ ਹੁਣੇ ਦਾਦਰੀ ਤੋਂ ਬਾਅਦ ਇੱਕ ਤਰ੍ਹਾਂ ਮੀਡੀਆ ਨੇ ਅੱਗੇ ਚੱਕੇ ਨੇ। ਇਦਾਂ ਦੇ ਇਨਸੀਡੈਂਟ ਪਹਿਲਾਂ ਕਾਫੀ ਚਿਰ ਤੋਂ ਹੋ ਰਹੇ ਨੇ ਬਹੁਤ ਜਗ੍ਹਾ। ਜਿਹੜੇ ਖਾਸ ਕਰਕੇ ਟਰੱਕ ਡਰਾਈਵਰਸ ਜਿਹੜੇ ਗਾਵਾਂ ਨੂੰ ਜਾਂ ਮੱਝਾਂ ਨੂੰ ਟਰਾਂਸਪੋਰਟ ਕਰਦੇ ਆ, ਬਹੁਤ ਜਗ੍ਹਾ ਇਹਨੂੰ ਕੱਢ ਕੇ ਕੁੱਟਿਆ ਜਾਂਦਾ ਹੈ, ਇਹਨਾਂ ਨੂੰ ਇਵਨ ਮਾਰ ਦਿੱਤਾ ਜਾਂਦਾ ਹੈ। ਪਰ ਇਹ ਇਨਸੀਡੈਂਟ ਕਿਤੇ ਹਾਈਲਾਈਟ ਨਹੀਂ ਹੋਏ ਸੀ। ਹੁਣ ਇਨਸੀਡੈਂਟ ਇਹ ਜ਼ਿਆਦਾ ਹਾਈਲਾਈਟ ਹੋ ਗਏ ਨੇ। ਇਹ ਕਾਫੀ ਟਾਈਮ ਤੋਂ ਮੁੱਦਾ ਗਰਮਾਇਆ ਹੋਇਆ ਵਾ। ਤੇ ਜੋ ਆਪਾਂ ਪਰਮਿੰਦਰ ਸਿੰਘ ਜੀ ਇੱਥੇ ਗੱਲ ਕਰ ਰਹੇ ਹਾਂ ਕਿ ਐਗਜ਼ੈਕਟਲੀ ਇਸ ਮੁੱਦੇ ਨੂੰ ਪੋਲੀਟੀਕਲ ਬਣਾਇਆ ਜਾ ਰਿਹਾ ਵਾ। ਜਿਹੜੀਆਂ ਆਪੋਜੀਸ਼ਨ ਦੀਆਂ ਪਾਰਟੀਆਂ ਨੇ ਉਹ ਆਪਣਾ ਫਾਇਦਾ ਚੱਕ ਰਹੀਆਂ ਨੇ। ਅਫਕੋਰਸ ਬੀਜੇਪੀ ਨੇ ਡਿਫੈਂਡ ਕਰਨਾ ਵਾ, ਬੀਜੇਪੀ ਉਹਨੂੰ ਡਿਫੈਂਡ ਕਰ ਰਹੀ ਆ। ਹਰਪ੍ਰੀਤ ਜੀ, ਤੁਸੀਂ ਗੱਲ ਕੀਤੀ ਹੈ ਕਿ ਇਹ ਪਹਿਲਾਂ ਵੀ ਕੀਤਾ ਜਾਂਦਾ ਰਿਹਾ। ਬਿਲਕੁਲ ਇਹ ਇੱਦਾਂ ਦੇ ਇਨਸੀਡੈਂਟ ਜਿਹੜੇ ਆ ਇਹ ਸੋ ਕਾਲਡ ਆਪਣੇ ਆਪ ਨੂੰ ਗੌ ਰਕਸ਼ਾ ਦਲ ਜਿਹੜੇ ਬਣਾਏ ਹੋਏ ਆ ਉਹਨਾਂ ਵੱਲੋਂ ਪਹਿਲਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਆ। ਤੇ ਉਹਨਾਂ ਦੇ ਉੱਤੇ ਪੁਲਿਸ ਦੀ ਕਾਰਵਾਈ ਕੀ ਹੁੰਦੀ ਆ ਉਹ ਵੀ ਸ਼ਾਇਦ ਤੁਹਾਨੂੰ ਉਹਦੇ ਉੱਤੇ ਵੀ ਕੁਐਸਚਨ ਜਿਹੜੇ ਬਿਲਕੁਲ ਉੱਤੇ ਕੁਐਸਚਨ ਮਾਰਕ ਬਣਦੇ ਨੇ, 100% ਬਣਦੇ ਨੇ। ਪਰ ਹਰਪ੍ਰੀਤ ਜੀ, ਇੱਥੇ ਇਹ ਜਿਹੜੀ ਕਾਰਵਾਈਆਂ ਸੀ ਪਹਿਲਾਂ ਵੀ ਇਦਾਂ ਦੀਆਂ ਦੇਖ ਚੁੱਕੇ ਹੈਗੇ ਆ। ਹਾਂ, ਇਸ ਸਮੇਂ ਇਹ ਮੁੱਦਾ ਤਾਂ ਕਰਕੇ ਪੱਕਿਆ ਹੋਇਆ ਕਿਉਂਕਿ ਇਹ ਜਿਹੜਾ ਅਲੱਗ-ਅਲੱਗ ਪ੍ਰੋਵਿੰਸਸ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਸਟੇਟਸ ਹੈਗੀਆਂ ਭਾਰਤ ਦੀਆਂ, ਉਹਦੇ ਵਿੱਚ ਕੋਈ ਨਾ ਕੋਈ ਮੁੱਦਾ ਬੀਫ ਨੂੰ ਲੈ ਕੇ ਬਣਾਇਆ ਜਾਇਆ, ਚਾਹੇ ਉਹ JNK ਹੋਵੇ, ਚਾਹੇ ਉਹ ਮੁੱਦਾ ਹੁਣ ਹਾਈਲਾਈਟ ਤਾਂ ਹੋਇਆ ਕਿਉਂਕਿ ਇਸ ਦੇ ਮੁੱਦੇ ਦੇ ਉੱਪਰ ਹੁਣ ਕੋਰਟ ਦੇ ਆਰਡਰ ਆ ਗਿਆ। ਮੈਨੂੰ ਕੁਲਵੀਰ ਜੀ ਆਪਣੀ ਗੱਲ ਪੂਰੀ ਕਰ ਲੈਂਦੇ ਹੋ। ਮਹਾਰਾਸ਼ਟਰ ਦੇ ਵਿੱਚ ਬੈਨ ਤੋਂ ਬਾਅਦ, ਆਈ ਥਿੰਕ ਮਹਾਰਾਸ਼ਟਰ ਦੇ ਵਿੱਚ ਜਦੋਂ ਬੀਫ ਦੇ ਉੱਤੇ ਬੈਨ ਲੱਗਾ ਉਸ ਤੋਂ ਬਾਅਦ ਹੀ ਇਹ ਜਿਹੜਾ ਜ਼ਿਆਦਾ ਬੀਫ ਦਾ ਇਸ਼ੂ ਹੈਗਾ ਉਹ ਭਖਿਆ ਆ। ਉਸ ਤੋਂ ਬਾਅਦ ਹੀ ਜਿਹੜੀਆਂ ਜ਼ਿਆਦਾ, ਚਾਹੇ ਉਹ ਬਾਅਦ ਵਿੱਚ JNK ਹੋਵੇ, ਚਾਹੇ ਬਾਅਦ ਵਿੱਚ ਹੋਰ ਸਟੇਟਸ ਦੇ ਵਿੱਚ ਵੀ ਇਦਾਂ ਦੀ ਕਾਰਵਾਈਆਂ ਕੀਤੀਆਂ ਗਈਆਂ। ਇਹ ਸਾਰਾ ਕੁਝ ਉਸ ਘਟਨਾਕ੍ਰਮ ਤੋਂ ਬਾਅਦ ਸ਼ੁਰੂਆਤ ਹੋਈ ਆ ਔਰ ਇੱਕ ਮੀਡੀਆ ਵੱਲੋਂ ਵੀ ਇਸ ਨੂੰ ਜ਼ਿਆਦਾ ਜਿਹੜੀ ਤਵੱਜੋ ਉਹ ਦਿੱਤੀ ਗਈ ਆ। ਕੁਲਵੀਰ ਜੀ, ਬਿਲਕੁਲ ਜੀ, ਪਰ ਮੈਂ ਇਹਦਾ ਕਾਰਨ ਹੋਰ ਮੰਨਦਾ ਜੀ। ਜਿੱਦਾਂ ਇਹਨਾਂ ਨੇ ਕਿਹਾ ਗੱਲ ਠੀਕ ਹੈ, ਮਹਾਰਾਸ਼ਟਰ 'ਚ ਬੀਫ ਬੈਨ ਤੋਂ ਬਾਅਦ ਇਹ ਜਿਹੜੀ ਚੀਜ਼ਾਂ ਸਾਹਮਣੇ ਆਈਆਂ, ਪਰ ਅਸੀਂ ਜੇ ਧਿਆਨ ਨਾਲ ਦੇਖੀਏ ਜਿਹੜਾ ਪਹਿਲਾਂ ਇਹ ਕਾਰਵਾਈਆਂ ਹੁੰਦੀਆਂ ਸੀਗੀਆਂ ਉਹ ਲੋਕ ਆਪਸ ਵਿੱਚ ਜਾਂ ਜਿਹੜੇ ਥੋੜੇ ਬਹੁਤ ਕੱਟੜ ਗਰੁੱਪ ਸੀਗੇ ਉਹ ਕਿਤੇ ਜਿਹੜੇ ਇਹੋ ਜਿਹੀਆਂ ਕਾਰਵਾਈਆਂ ਕਰਦੇ ਸੀ, ਕਿਸੇ ਨੂੰ ਮਾਰ ਦਿੱਤਾ, ਕੁੱਟ ਦਿੱਤਾ, ਉਹ ਕਰਦੇ ਹੋਣਗੇ। ਪਰ ਇਸ ਚੀਜ਼ ਨੂੰ ਜਿਹੜਾ ਸੀਗਾ ਮੀਡੀਆ ਹਾਈ ਵਿੱਚ ਕਿਉਂ ਨਹੀਂ ਆਉਂਦੀ ਸੀ? ਕਿਉਂਕਿ ਇਹ ਜਿਹੜੀ ਸੀਗੀ ਉਹ ਗਰੁੱਪਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੁੰਦੀ ਸੀ। ਪਰ ਜਦੋਂ ਕੋਰਟ ਨੇ ਇਹਨੂੰ ਬੈਨ ਕਰ ਦਿੱਤਾ, ਜਦੋਂ ਕੋਈ ਚੀਜ਼ ਕਾਨੂੰਨ ਬਣ ਜਾਂਦੀ ਆ, ਉਹ ਓਬਵੀਅਸਲੀ ਆ ਕਿ ਉਹ ਜਿਹੜੀ ਹੈਗੀ ਆ ਉਹ ਹਾਈਲਾਈਟ ਹੋ ਜਾਂਦੀ ਆ। ਹੁਣ ਇਹ ਇੰਡੀਆ ਦੇ ਵਿੱਚ ਕਾਨੂੰਨ ਬਣ ਗਿਆ ਤੇ ਹੁਣ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣ ਲੱਗ ਪਈਆਂ। ਗਰੁੱਪ ਉਹੀ ਨੇ ਇੰਡੀਆ ਵਿੱਚ ਨਹੀਂ, ਜਿੰਨੇ ਸਟੇਟਾਂ ਵਿੱਚ ਵੀ ਹੈਗਾ, ਜਿਨ੍ਹਾਂ ਵਿੱਚ ਇਸ ਵੇਲੇ ਹੈਗਾ। ਮੈਂ ਪੂਰੇ ਇੰਡੀਆ ਦੀ ਗੱਲ ਨਹੀਂ ਕਰਦਾ, ਪਰ
ਜਿੱਥੇ ਜਿੱਥੇ ਵੀ ਇਹ ਜਿਹੜੀ ਚੀਜ਼ ਬੈਨ ਹੋ ਰਹੀ ਆ ਉਹਦੇ ਕਰਕੇ ਇਹ ਹਾਈਲਾਈਟ ਹੋ ਗਈ, ਕਿਉਂਕਿ ਹੁਣ ਇਹ ਕਾਨੂੰਨ ਬਣ ਗਿਆ। ਤੇ ਜਿਹੜੇ ਗਰੁੱਪ ਇਹਨੂੰ ਚੋਰੀ ਛਿਪੇ ਲੋਕਾਂ ਨੂੰ ਮਾਰਦੇ ਸੀਗੇ, ਹੁਣ ਉਹਨਾਂ ਨੂੰ ਇੱਕ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਸਾਡੇ ਕੋਲ ਰਾਈਟ ਆ, ਹੁਣ ਅਸੀਂ ਇਹਦੇ ਖਿਲਾਫ ਬੋਲ ਵੀ ਸਕਦੇ ਹਾਂ, ਅਸੀਂ ਇਹਦੇ ਖਿਲਾਫ ਲੜ ਵੀ ਸਕਦੇ ਹਾਂ। ਤੇ ਕਿਉਂਕਿ ਉਹ ਦੰਗਈ ਗਰੁੱਪ ਨੇ, ਉਹ ਫਿਰਕਾ ਪ੍ਰਸਤ ਗਰੁੱਪ ਨੇ, ਉਹ ਜਿਹੜੇ ਹੈਗੇ ਨੇ ਕੁੱਟਮਾਰ ਤੱਕ, ਮਾਰਨ ਤੱਕ ਜਾਣ ਲੱਗ ਪਿਆ ਜੀ। ਸੋ ਥੋੜਾ ਜਿਹਾ ਗੱਲ ਨੂੰ ਆਪਾਂ ਅੱਗੇ ਵਧਾਈਏ। ਜੇ ਹੁਣ ਵੇਖੀਏ ਤੇ ਬੀਫ ਦਾ ਜਿਹੜਾ ਇਸ਼ੂ ਆ ਇੰਡੀਆ ਵਿੱਚ ਕਾਫੀ ਚਿਰ ਤੋਂ ਗਰਮਾਇਆ ਹੋਇਆ ਵਾ। ਉਹਦੀ ਪ੍ਰੋਟੈਸਟ ਵਿੱਚ ਪਹਿਲਾਂ ਲੇਖਕ ਵੀ ਸਾਹਮਣੇ ਆਏ। ਹੁਣ ਜੇ ਤੁਸੀਂ ਅੱਜ ਦੀ ਨਿਊਜ਼ ਸੁਣੋ ਤੇ ਫਿਲਮ ਜਗਤ ਤੋਂ ਵੀ ਜਿਹੜੇ ਅਦਾਕਾਰਸ ਨੇ ਜਾਂ ਹੋਰ ਫਿਲਮ ਜਗਤ ਨਾਲ ਰਾਬਤਾ ਰੱਖਣ ਵਾਲੇ ਲੋਕ ਨੇ, ਉਹਨਾਂ ਨੇ ਵੀ ਅਵਾਰਡ ਰਿਟਰਨ ਕਰਨੇ ਸ਼ੁਰੂ ਕਰਤੇ ਨੇ। ਜੇ ਮੈਂ ਹੋਰ ਗੱਲ ਕਰਾਂ, ਅੱਜ ਦੂਜੀ ਨਿਊਜ਼ ਆ ਰਹੀ ਆ, ਟੌਪ ਸਾਇੰਟਿਸਟ ਨੇ ਵੀ ਜਿਹੜੇ ਅਵਾਰਡ ਆ ਰਿਟਰਨ ਕਰਨ ਦੀ ਗੱਲ ਕੀਤੀ ਆ, ਰਾਸ਼ਟਰਪਤੀ ਨੂੰ ਲੈਟਰ ਲਿਖਿਆ ਵਾ। ਪਰਮਿੰਦਰ ਸਿੰਘ ਜੀ, ਇੱਥੇ ਮੇਰਾ ਇੱਕ ਜੋ ਕੁਐਸਚਨ ਮੈਂ ਤੁਹਾਡੇ ਤੋਂ ਇਹ ਪੁੱਛਦਾ ਵਾਂ, ਇਜ਼ ਦਿਸ ਰਾਈਟ ਵੇ ਟੂ ਪ੍ਰੋਟੈਸਟ? ਇਹ ਸਹੀ ਤਰੀਕਾ ਪ੍ਰੋਟੈਸਟ ਕਰਨ ਦਾ, ਅਵਾਰਡ ਵਾਪਸ ਕਰਨਾ? ਹਰਪ੍ਰੀਤ ਜੀ, ਆਈ ਥਿੰਕ ਇਹਦੇ ਬਾਰੇ ਜਿਹੜੇ ਹਿੰਦੁਸਤਾਨ ਦੇ ਬੁੱਧੀਜੀਵੀ ਹੈਗੇ ਆ, ਉਹ ਪਹਿਲਾਂ ਤੋਂ ਹੀ ਇਸ ਚੀਜ਼ ਦਾ ਜਵਾਬ ਜਿਹੜਾ ਉਹ ਦੇ ਚੁੱਕੇ ਆ। ਉਹਨਾਂ ਕੋਲ ਰਾਈਟਰਸ ਦੇ ਕੋਲ ਜਿਨ੍ਹਾਂ ਨੂੰ ਵੀ ਅਵਾਰਡ ਦਿੱਤੇ ਗਏ, ਜਿਨ੍ਹਾਂ ਨੂੰ ਵੀ ਇੱਕ ਨੈਸ਼ਨਲ ਲੈਵਲ ਦੇ ਉੱਤੇ ਰੈਕੋਗਨਾਈਜ਼ ਕੀਤਾ ਗਿਆ, ਉਹਨਾਂ ਕੋਲ ਸ਼ਾਇਦ ਇਹੀ ਇੱਕ ਤਰੀਕਾ ਹੈਗਾ ਆ ਕਿ ਉਹ ਇਸ ਚੀਜ਼ ਦੇ ਅਗੇਂਸਟ ਪ੍ਰੋਟੈਸਟ ਕਰ ਸਕਣ, ਇੱਕ ਰਿਲੀਜੀਅਸ ਇੰਟੋਲਰੈਂਸ ਜਿਹੜੀ ਇਸ ਸਮੇਂ ਹਿੰਦੁਸਤਾਨ ਦੇ ਵਿੱਚ ਬਣੀ ਹੋਈ ਆ, ਉਹਦੇ ਖਿਲਾਫ ਆਵਾਜ਼ ਉਠਾ ਸਕਣ। ਸੋ ਚਾਹੇ ਉਹ ਰਾਈਟਰ ਹੋਣ, ਚਾਹੇ ਕੋਈ ਉਹ ਫਿਲਮ ਸਮਾਜ ਦੇ ਨਾਲ ਤਾਲੁਕਾਤ ਰੱਖਦੇ ਹੋਣ, ਚਾਹੇ ਕੋਈ ਸਾਇੰਟਿਸਟ ਹੋਣ, ਸੋ ਉਹਨਾਂ ਦੇ ਕੋਲ ਇੱਕ ਅਹਿਮ ਟੂਲ ਹੈਗਾ ਆ ਕਿ ਉਹ ਇਸ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਆਪਣਾ ਸ਼ੋਅ ਕਰ ਸਕਦੇ ਆ, ਆਪਣੀ ਜਿਹੜੀ ਕੰਸਰਨ ਹੈਗੇ ਆ ਉਹ ਗਵਰਨਮੈਂਟ ਦੇ ਅੱਗੇ, ਸਰਕਾਰ ਦੇ ਅੱਗੇ, ਜਾਂ ਜਿਨ੍ਹਾਂ ਵੱਲੋਂ ਵੀ ਉਹਨਾਂ ਨੂੰ ਅਵਾਰਡ ਦਿੱਤੇ ਗਏ ਆ, ਉਹਨਾਂ ਦੇ ਕੋਲ ਆਪਣੀ ਆਵਾਜ਼ ਜਿਹੜੀ ਆ ਉਹ ਉਠਾ ਸਕਣ, ਤਾਂ ਕਿ ਸਰਕਾਰ ਦੇ ਉੱਤੇ ਇਹ ਦਬਾਅ ਪਵੇ ਵੀ ਕਿ ਹਾਂਜੀ ਸਾਡੇ ਜਿਹੜੇ ਵੀ ਅਸੀਂ ਅਵਾਰਡ ਦਿੱਤੇ ਗਏ ਆ, ਉਹਨਾਂ ਦਾ ਵੀ ਬਹਿਸ਼ਕਾਰ ਜਿਹੜਾ ਹੋ ਰਿਹਾ, ਉਹ ਵੀ ਲੋਕ ਜਿਹੜੇ ਆ ਰਿਟਰਨ ਕਰਦੇ ਪਏ ਆ। ਕਿਉਂ ਰਿਟਰਨ ਕਰਦੇ ਪਏ ਆ, ਇਹ ਜਿਹੜਾ ਇਸ਼ੂ ਹੈਗਾ ਉਹਨੂੰ ਜਾਣਨ ਦੀ ਕੋਸ਼ਿਸ਼ ਉਹਨਾਂ ਨੂੰ ਕਰਨੀ ਚਾਹੀਦੀ ਆ। ਔਰ ਬਿਲਕੁਲ ਇਹਦੇ ਉੱਤੇ ਸਰਕਾਰ ਵੱਲੋਂ ਇੱਕ ਬਣਦੀ ਕਾਰਵਾਈ ਜਿਹੜੀ ਆ, ਖਾਸ ਤੌਰ ਤੇ ਆਈ ਥਿੰਕ ਜਿਹੜਾ ਇੱਕ ਮੇਨ ਮੁੱਦਾ ਬਣਾਇਆ ਜਾ ਰਿਹਾ ਹਰਪ੍ਰੀਤ ਜੀ, ਉੱਥੇ ਇਹੀ ਆ ਕਿ ਰਿਲੀਜੀਅਸ ਇੰਟੋਲਰੈਂਸ ਜਿਹੜੀ ਹਿੰਦੁਸਤਾਨ ਦੇ ਵਿੱਚ ਪੈਦਾ ਹੋ ਚੁੱਕੀ ਆ, ਉਹਨੂੰ ਬੰਦ ਕੀਤਾ ਜਾਵੇ। ਕੁਲਵੀਰ ਜੀ ਬਿਲਕੁਲ ਉਹਨਾਂ ਦਾ ਤਰੀਕਾ ਬਿਲਕੁਲ ਸਹੀ ਹੈ, ਜੇ ਦੇਖਿਆ ਜਾਵੇ ਤਾਂ ਜਾਇਜ਼ ਵੀ ਆ। ਕਿਉਂਕਿ ਜਦੋਂ ਤੁਸੀਂ ਕਿਸੇ ਇੱਕ ਰਾਈਟਰ ਨੂੰ ਜਾਂ ਕਿਸੇ ਫਿਲਮ ਅਭਿਨੇਤਾ ਨੂੰ ਜਾਂ ਕਿਸੇ ਵੀ ਸ਼ਖਸੀਅਤ ਨੂੰ ਇੱਕ ਇਨਾਮ ਦਿੱਤਾ ਜਾਂਦਾ, ਨੈਸ਼ਨਲ ਲੈਵਲ ਦੇ ਉੱਪਰ ਉਹਨੂੰ ਰੈਕੋਗਨਾਈਜ਼ ਕੀਤਾ ਜਾਂਦਾ, ਤੇ ਉਹ ਇਦਾਂ ਨਹੀਂ ਹੁੰਦਾ ਕਿ ਤੁਸੀਂ ਉਹਨੂੰ ਇਕੱਲੇ ਨੂੰ ਕਿਤੇ ਚੱਕ ਲਿਆ ਹੁੰਦਾ। ਉਹ ਹਜ਼ਾਰਾਂ ਲੱਖਾਂ ਦੇ ਵਿੱਚੋਂ ਇੱਕ ਬੰਦਾ ਹੁੰਦਾ, ਉਹਨੂੰ ਚੁਣਿਆ ਜਾਂਦਾ, ਉਹ ਲੱਖਾਂ ਬੰਦਿਆਂ ਦੀ ਆਵਾਜ਼ ਹੁੰਦਾ। ਤੇ ਇੱਕ ਅਵਾਰਡ ਵਾਪਸ ਦੇਣ ਦਾ ਮਤਲਬ ਆ ਕਿ ਜਿਹੜੀ ਲੱਖਾਂ ਬੰਦਿਆਂ ਦੀ ਆਵਾਜ਼ ਆ, ਉਹ ਲੱਖਾਂ ਬੰਦਿਆਂ ਦੀ ਆਵਾਜ਼ ਬੋਲ ਰਹੀ ਆ ਜੀ। ਤੇ ਉਹਨਾਂ ਦਾ ਬਿਲਕੁਲ ਜਾਇਜ਼ ਤਰੀਕਾ, ਕਿਉਂਕਿ ਉੱਦਾਂ ਤੇ ਸਾਡੇ ਨਾ ਮੀਡੀਆ ਨੇ ਕਿਸੇ ਨੂੰ ਕਵਰ ਕਰਨਾ, ਨਾ ਕਿਸੇ ਨੇ ਹੋਰ ਨੇ ਕਵਰ ਕਰਨਾ। ਇੱਕ ਜਾਇਜ਼ ਤਰੀਕਾ ਹੈ, ਜਦੋਂ ਵੀ ਕੋਈ ਵੱਡੀ ਸ਼ਖਸੀਅਤ ਜਦੋਂ ਪ੍ਰੋਟੈਸਟ ਕਰਦੀ ਆ, ਉਹਦਾ ਚਾਹੇ ਉਹਦਾ ਕੁਝ ਵੀ ਤਰੀਕਾ ਹੋਵੇ, ਉਹਦਾ ਜਿਹੜਾ ਹੈਗਾ ਇਫੈਕਟ ਪਬਲਿਕ ਤੱਕ ਜਾਂਦਾ, ਸਰਕਾਰ ਤੱਕ ਵੀ ਜਾਂਦਾ। ਤੇ ਜੇ ਇਹ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਹੈਗੀਆਂ, ਜਿਨ੍ਹਾਂ ਨੂੰ ਸਾਡੀ ਗੌਰਮੈਂਟ ਵੱਲੋਂ ਹੀ ਰੈਕੋਗਨਾਈਜ਼ ਕੀਤਾ ਗਿਆ, ਉਹਨਾਂ ਵੱਲੋਂ ਹੀ ਇਹ ਮਾਣ ਦਿੱਤੇ ਗਏ ਆ, ਜੇ ਉਹ ਅੱਜ ਮਾਣ ਵਾਪਸ ਕਰ ਰਹੇ ਆ, ਤਾਂ ਕਿਤੇ ਨਾ ਕਿਤੇ ਗੌਰਮੈਂਟ ਨੂੰ ਜੇ ਸੋਚਣ ਲਈ ਮਜਬੂਰ ਕਰ ਦੇਣਗੇ ਇੱਕ ਦਿਨ ਕਿ ਅਸੀਂ ਇਹਨਾਂ ਲੋਕਾਂ ਨੂੰ ਸੋਸਾਇਟੀ ਦੇ ਵਿੱਚੋਂ ਕੱਢ ਕੇ ਅੱਗੇ ਲੈ ਕੇ ਆਏ ਸੀ। ਹਾਂ ਵੀ ਇਹ ਲੱਖ ਬੰਦੇ ਜਿਹੜੀ ਸੋਸਾਇਟੀ ਹੈਗੀ, ਕਮਿਊਨਿਟੀ ਹੈਗੀ, ਉਹਨੂੰ ਰੀਪ੍ਰੈਜ਼ੈਂਟ ਕਰਦੇ ਆ, ਇਹ ਉਹ ਬੰਦੇ ਸਾਨੂੰ ਜਿਹੜੇ ਵਾਪਸ ਕਰ ਰਹੇ, ਮੀਨਸ ਲੱਖਾਂ ਲੋਕ ਜਿਹੜੇ ਹੈਗੇ ਆ ਸਾਡੇ ਇਸ ਫੈਸਲਿਆਂ ਤੋਂ ਖੁਸ਼ ਨਹੀਂ ਹੈਗੇ। ਓਕੇ, ਆਈ ਥਿੰਕ ਮੈਂ ਵੀ ਇਸ ਗੱਲ ਤੋਂ ਸ਼ਾਇਦ ਐਗਰੀ ਕਰਦਾ ਕਿ ਪ੍ਰੋਟੈਸਟ ਕਰਨ ਦਾ ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਹੋ ਸਕਦਾ ਹੈ। ਸਹੀ ਤਰੀਕਾ ਕਿਹੜਾ ਪ੍ਰੋਟੈਸਟ ਕਰਨ ਦਾ, ਗਲਤ ਕਿਹੜਾ ਵਾ, ਇੱਥੇ ਤੇ ਸ਼ਾਇਦ ਇੱਕ ਡਿਫਰੈਂਟ ਡਿਬੇਟ ਬਣਦੀ ਆ। ਥੋੜਾ ਜਿਹਾ ਮੈਂ ਗੱਲਬਾਤ ਨੂੰ ਅੱਗੇ ਵਧਾਉਣਾ ਚਾਹੁੰਦਾ ਵਾਂ। ਮੋਦੀ ਜੀ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਮੋਦੀ ਜੀ ਭਾਸ਼ਣ ਦੇਣ 'ਚ, ਟਵੀਟ ਕਰਨ 'ਚ ਕਾਫੀ ਤੇਜ਼ੀ ਵਿਖਾਉਂਦੇ ਨੇ, ਪਰ ਹੁਣ ਕੁਝ ਬੀਜੇਪੀ ਗਵਰਨਮੈਂਟ ਉੱਤੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਬੀਜੇਪੀ ਗਵਰਨਮੈਂਟ ਨੂੰ ਜਾਂ ਮੋਦੀ ਜੀ ਨੂੰ ਕੰਪੇਅਰ ਕੀਤਾ ਜਾ ਰਿਹਾ ਕਾਂਗਰਸ ਪਲੱਸ ਕਾਓ, ਮਨਮੋਹਨ ਸਿੰਘ ਪਲੱਸ ਕਾਓ। ਪਰਮਿੰਦਰ ਸਿੰਘ ਜੀ, ਡੂ ਯੂ ਐਗਰੀ ਵਿਦ ਦਿਸ? ਕੀ ਇਹ ਰਾਈਟ ਕੰਪੈਰੀਜ਼ਨ ਆ ਕਿ ਇਹ ਵੀ ਇੱਕ ਪੋਲੀਟੀਕਲ ਸਟੰਟ ਆ? ਹਰਪ੍ਰੀਤ ਜੀ, ਕੰਪੈਰੀਜ਼ਨ ਦਾ ਤਾਂ ਨਹੀਂ ਮੈਂ ਕਹੂੰਗਾ, ਪਰ ਜੋ ਇਲਜ਼ਾਮ ਲੱਗਦੇ ਪਏ ਉਹ ਬਿਲਕੁਲ ਸਹੀ ਲੱਗਦੇ ਪਏ। ਇਹ ਜਿਹੜਾ ਕੰਪੈਰੀਜ਼ਨ ਕੀਤਾ ਸੀ ਨਾ, ਇਹ ਇੱਕ ਬੀਜੇਪੀ ਦੇ ਮੈਂਬਰ ਸੀ। ਹਾਂ, ਬੀਜੇਪੀ ਵੱਲੋਂ ਇਹ ਜ਼ਰੂਰ ਆਖਿਆ ਜਾ ਰਿਹਾ ਹੈ ਕਿ ਉਹਨਾਂ ਦੀ ਹੁਣ ਮੈਂਬਰਸ਼ਿਪ ਰੱਦ ਹੋ ਚੁੱਕੀ ਆ। ਉਹ ਹੁਣ ਜੀ ਵੱਲੋਂ ਕੀਤਾ ਗਿਆ ਸੀਗਾ ਜੀ ਇਹ। ਹਾਂਜੀ, ਬੀਜੇਪੀ ਦੇ ਮੈਂਬਰ ਨਹੀਂ ਹੈ, ਪਰ ਇੱਕ ਬੀਜੇਪੀ ਦੇ ਵਰਕਰ ਵੱਲੋਂ ਹੀ ਜਾਂ ਮੈਂਬਰ ਵੱਲੋਂ ਇਹ ਕੰਪੈਰੀਜ਼ਨ ਕੀਤਾ ਗਿਆ ਸੀ। ਹਰਪ੍ਰੀਤ ਜੀ, ਕਿਤੇ ਨਾ ਕਿਤੇ ਉਹਨਾਂ ਨੇ ਇੰਨੀ ਗੱਲ ਵੀ ਕਹੀ ਹੈ ਕਿ ਲੋਕ ਸ਼ਾਇਦ ਇਸ ਟਾਈਮ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਨੂੰ ਯਾਦ ਕਰਦੇ ਪਏ ਆ।
ਕਿਉਂ ਯਾਦ ਕਰਦੇ ਪਏ ਉਹ ਵੀ ਸ਼ਾਇਦ ਉਹਨਾਂ ਨੇ ਕੁਝ ਕੰਸਰਨ ਜਿਹੜੇ ਦਿੱਤੇ ਸੀਗੇ ਉਹ ਇਹ ਸੀਗਾ ਕਿ ਦਾਲਾਂ ਦੇ ਰੇਟਾਂ ਦੀ ਗੱਲ ਵੀ ਉਹਨਾਂ ਨੇ ਇਹਦੇ ਵਿੱਚ ਮੈਂਸ਼ਨ ਕੀਤੀ ਹੈ ਕਿ ਦਾਲਾਂ ਜਿਹੜੀਆਂ ਉਸ ਟਾਈਮ ਦੇ ਉੱਤੇ 100 ਰੁਪਏ ਹੁੰਦੀਆਂ ਸੀਗੀਆਂ ਅੱਜ 200 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦੀਆਂ ਪਈਆਂ। ਸੋ ਕੰਸਰਨ ਬਿਲਕੁਲ ਹੈਗੇ, ਆਮ ਲੋਕ ਜਿਹੜੇ ਆ, ਆਮ ਜਨਤਾ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਇਹ ਜ਼ਰੂਰ ਫੀਲ ਕਰਦੀ ਪਈ ਹੈ ਕਿ ਸ਼ਾਇਦ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈਗੀ ਇਹਦੇ ਤੋਂ ਸ਼ਾਇਦ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ ਸ਼ਾਇਦ ਉਹ ਵਧੀਆ ਸੀਗੀ, ਐਟਲੀਸਟ ਉਹਨਾਂ ਨੂੰ ਦਾਲਾਂ ਤਾਂ ਖਾਣ ਨੂੰ ਮਿਲ ਸਕਦੀਆਂ ਸੀਗੀਆਂ ਜਿਹੜੀਆਂ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦਾ ਇੱਕ ਹਿੱਸਾ ਆ, ਜਿਹੜੀਆਂ ਕਿਸੇ ਟਾਈਮ ਦੇ ਉੱਤੇ ਕਿਹਾ ਜਾਂਦਾ ਸੀਗਾ ਕਿ ਹਾਂਜੀ ਅਗਰ ਕੋਈ ਗਰੀਬ ਜਿਹੜਾ ਹੈਗਾ ਆ ਉਹ ਹੋਰ ਕੁਝ ਨਹੀਂ ਅਫੋਰਡ ਕਰ ਸਕਦਾ, ਦਾਲ ਤਾਂ ਅਫੋਰਡ ਕਰ ਸਕਦਾ। ਅੱਜ ਦੀ ਡੇਟ ਦੇ ਵਿੱਚ ਤਾਂ ਦਾਲ ਵੀ ਸ਼ਾਇਦ ਜਿਹੜੀ ਆ ਉਹ ਗਰੀਬ ਅਫੋਰਡ ਨਹੀਂ ਕਰ ਪਾ ਰਿਹਾ। ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਮਾਫ ਕਰਨਾ ਪਿਕਚਰਾਂ ਜਿਹੜੀਆਂ ਹੈਗੀਆਂ ਉਹ ਇੰਟਰਨੈਟ ਤੇ ਦੇਖਣ ਨੂੰ ਮਿਲਦੀਆਂ ਪਈਆਂ ਵੀ ਇੱਕ ਪਤੀਲੇ ਨੂੰ ਉੱਪਰ ਸੰਗਲ ਪਾ ਕੇ ਲੋਕ ਲਾਇਆ ਹੋਇਆ ਵੀ ਦਾਲ ਪੱਕਦੀ ਪਈ ਹੈ ਜੀ ਇਹਦੇ ਵਿੱਚ ਅੱਜ। ਸੋ ਇਦਾਂ ਦੀਆਂ ਲੋਕਾਂ ਵੱਲੋਂ ਜਿਹੜੀਆਂ ਫੋਟੋਗ੍ਰਾਫਸ ਹੈਗੀਆਂ ਉਹ ਪਾ ਕੇ ਸਰਕਾਰ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਰਕਾਰ ਸ਼ਾਇਦ ਸਮਝਣ ਦੀ ਇਹ ਕੋਸ਼ਿਸ਼ ਵੀ ਨਹੀਂ ਕਰਦੀ ਪਈ ਕਿ ਹਾਂਜੀ ਅਸੀਂ ਇਹਦੇ ਉੱਤੇ ਕੁਝ ਕਾਰਵਾਈ ਕਰਨੀ ਆ। ਅਸੀਂ ਹੁਣ ਚਾਹੇ ਪਿੱਛੇ ਜੇ ਇਹ ਗੱਲ ਕਹੀ ਗਈ ਆ ਕਿ ਜਮਾਖੋਰਾਂ ਕੋਲ ਦਾਲਾਂ ਬਰਾਮਦ ਕੀਤੀਆਂ ਗਈਆਂ ਪਰ ਉਸ ਦੇ ਬਾਵਜੂਦ ਵੀ ਕੀ ਉਹ ਰੇਟ ਜਿਹੜੇ ਹੈਗੇ ਮੁੜ ਕੇ ਵਾਪਸ ਲਿਆਂਦੇ ਜਾ ਸਕਦੇ ਆ? ਕੀ ਦੇਖੋ ਮੈਂ ਦਾਲ ਵੱਲ ਜੇ ਤੁਸੀਂ ਨਾ ਜਾਓ ਹਨਾ, ਦਾਲ ਵਾਲੀ ਗੱਲ ਵੱਲ ਮੇਰਾ ਇਸ਼ਾਰਾ ਨਹੀਂ ਸੀ। ਮੇਰਾ ਮਕਸਦ ਹਰਪ੍ਰੀਤ ਜੀ ਇਹੀ ਸੀਗਾ ਦੇਖੋ ਹਰ ਗਵਰਨਮੈਂਟ ਜਦੋਂ ਆਉਂਦੀ ਹੈ ਮਹਿੰਗਾਈ ਹੁੰਦੀ ਆ, ਹੁਣ ਪੈਟਰੋਲ ਸਸਤਾ ਵਾ, ਤੁਸੀਂ ਉਹ ਵੀ ਕੰਪੈਰੀਜ਼ਨ ਕਰ ਸਕਦੇ ਹੋ। ਬਟ ਇੱਥੇ ਕੁਐਸਚਨ ਕਰ ਰਹੇ ਕਾਂਗਰਸ ਪਲੱਸ ਖਾਓ, ਮਨਮੋਹਨ ਸਿੰਘ ਪਲੱਸ ਖਾਓ, ਮਨਮੋਹਨ ਸਿੰਘ ਪਲੱਸ ਗਾਂ ਇੱਕ ਉਹ ਬਰਾਬਰ ਨੇ ਨਰਿੰਦਰ ਮੋਦੀ ਦੇ, ਜਾਂ ਫਿਰ ਕਾਂਗਰਸ ਦੇ ਨਾਲ ਗਾਂ ਜੋੜ ਦੋ ਤਾਂ ਬਰਾਬਰ ਆ ਬੀਜੇਪੀ ਦੇ। ਹਰਪ੍ਰੀਤ ਜੀ ਇਹ ਤੇ ਹੁਣ ਮੈਨੂੰ ਨਹੀਂ ਪਤਾ ਕਿ ਉਹ ਕਾਊ ਦਾ ਜਿਹੜਾ ਕੰਪੈਰੀਜ਼ਨ ਆ ਉਹ ਕਿਉਂ ਕਾਊ ਨੂੰ ਵਿੱਚ ਕਿਉਂ ਲੈ ਕੇ ਆਂਦਾ ਗਿਆ, ਗਾਂ ਨੂੰ ਕਿਉਂ ਲੈ ਕੇ ਆਂਦਾ ਗਿਆ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਕਿ ਇਹ ਕੰਪੈਰੀਜ਼ਨ ਜਿਹੜਾ ਹੈਗਾ ਆ ਉਹ ਇਸ ਸੰਦਰਭ ਦੇ ਵਿੱਚ ਤਾਂ ਜਿਹੜਾ ਹੈ ਉਹ ਕੀਤਾ ਜਾ ਸਕਦਾ ਕਿ ਹਾਂਜੀ ਲੋਕ ਕਾਂਗਰਸ ਦੇ ਉਸ ਸਮੇਂ ਨੂੰ ਜ਼ਰੂਰ ਯਾਦ ਕਰਦੇ ਹੋਣਗੇ ਕਿ ਮਹਿੰਗਾਈ ਥੋੜੀ ਘੱਟ ਸੀਗੀ ਜਿਹੜੀ ਅੱਜ ਮਹਿੰਗਾਈ ਦੀ ਆਪਾਂ ਗੱਲ ਨਹੀਂ ਕਰਨੀ। ਕੁਲਵੀਰ ਸਿੰਘ ਜੀ ਤੁਹਾਨੂੰ ਅੰਦਾਜ਼ਾ ਹੈ ਕਿ ਕਾਂਗਰਸ ਪਲੱਸ ਖਾਓ ਇੱਥੇ ਜਿਹੜਾ ਗਾਂ ਦਾ ਸ਼ਬਦ ਲਾਇਆ ਜਾ ਰਿਹਾ ਕਿਉਂ ਲਾਇਆ ਜਾ ਰਿਹਾ, ਜਾਂ ਤੁਸੀਂ ਇਹਦੇ ਨਾਲ ਸਹਿਮਤ ਜੋ ਅਸਹਿਮਤ ਜੋ? ਐਗਜ਼ੈਕਟਲੀ ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਮੈਂ ਇਹਨੂੰ ਨਹੀਂ ਐਕਸਪਲੇਨ ਨਹੀਂ ਕਰ ਸਕਦਾ ਕਿਉਂਕਿ ਮਨਮੋਹਨ ਸਿੰਘ ਜੀ ਨੂੰ ਬੇਸਿਕਲੀ ਤੇ ਦੇਖੋ ਮਨਮੋਹਨ ਸਿੰਘ ਜੀ ਘੱਟ ਬੋਲਦੇ ਸੀ, ਰਾਈਟ, ਮਨਮੋਹਨ ਸਿੰਘ ਜੀ ਘੱਟ ਬੋਲਦੇ ਸੀ, ਮੋਦੀ ਜੀ ਜ਼ਿਆਦਾ ਬੋਲਦੇ ਸੀ, ਪਰ ਹੁਣ ਮੋਦੀ ਜੀ ਨੂੰ ਕੁਝ ਹੋ ਗਿਆ ਵੀ ਘੱਟ ਬੋਲਣ ਲੱਗ ਗਏ ਤੇ ਦੋਵੇਂ ਬਰਾਬਰ ਹੋ ਗਏ, ਪਲੱਸ ਗਾਂ ਦਾ ਮੁੱਦਾ ਇੱਕ ਅੱਡ ਜੋੜਤਾ ਵਾ। ਬਿਲਕੁਲ, ਪਰ ਮੋਦੀ ਜੀ ਕੀ ਹੈ ਕਿ ਮੋਦੀ ਜੀ ਚਲਾਕ ਕਾਓ ਨੇ ਜੀ, ਜਦੋਂ ਤੇ ਬੋਲਣਾ ਹੁੰਦਾ ਹਾਂ ਠੀਕ ਹੈ ਜੀ, ਉਹ ਤੇ ਕਈ ਗੱਲਾਂ ਤੇ ਤਾਂ ਬਹੁਤ ਬੋਲਦੇ ਆ, ਪੂਰਾ ਡਿੰਗਦੇ ਆ, ਤੇ ਜਦੋਂ ਜਿੱਥੇ ਨਹੀਂ ਬੋਲਣਾ ਉੱਥੇ ਨਹੀਂ ਬੋਲਣਾ ਉਹਨਾਂ ਨੇ। ਜਿੱਦਾਂ ਕਿੱਥੇ ਨਹੀਂ ਬੋਲਦੇ ਜੀ, ਮੈਂ ਚਲਾਕ ਨਹੀਂ ਬੋਲਦੇ, ਢੀਠ ਕਹੂੰਗਾ, ਢੀਠ ਕਹਿ ਲਓ, ਢੀਠ ਕਾਓ ਕਹਿ ਲਓ, ਗਾਂ ਕਹਿ ਲਓ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਜਿੱਥੇ ਨਹੀਂ ਬੋਲਣਾ ਨਹੀਂ ਬੋਲਣਾ। ਜੇ ਉਹ ਬੀਫ ਦੇ ਮਾਮਲੇ 'ਚ ਮੁਹੰਮਦ ਅਖਲਾਕ ਦੀ ਮੌਤ ਤੇ ਨਹੀਂ ਬੋਲਣਾ ਤੇ ਉਹਨਾਂ ਨੇ ਨਹੀਂ ਬੋਲਣਾ। ਜੇ ਉਹ ਦੰਗਿਆਂ ਦੇ ਉੱਪਰ ਹਿੰਦੂਤਵ ਦੇ ਉੱਪਰ ਨਹੀਂ ਬੋਲਣਾ ਤੇ ਨਹੀਂ ਬੋਲਣਾ। ਪਰ ਸਿੱਧੂ ਬਿਮਾਰ ਹੋ ਜਾਏ ਤਾਂ ਉਹਨਾਂ ਨੇ ਟਵੀਟ ਜ਼ਰੂਰ ਕਰਨਾ। ਤੇ ਇਹ ਜਿਹੜੀ ਹੈਗੀ ਹੈ ਚਲਾਕ ਗਾਂ ਆ ਗਈ ਆ ਹੁਣ ਜਿਹੜੀ ਉੱਥੇ ਆ ਗਈ ਆ ਜੀ ਇੱਕ। ਚਲੋ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਸਾਡਾ ਇਹ ਸੈਸ਼ਨ ਪਸੰਦ ਆਇਆ ਹੋਊਗਾ। ਜੋ ਵੀ ਦਿੱਲੀ ਵਿੱਚ ਹੋਇਆ ਕੇਰਲਾ ਹਾਊਸ ਵਿੱਚ, ਕੁਝ ਪਾਰਟੀਆਂ ਉਹਨੂੰ ਗਲਤ ਆਖ ਰਹੀਆਂ ਨੇ, ਕੁਝ ਪਾਰਟੀਆਂ ਉਹਨੂੰ ਸਹੀ ਕਹਿ ਰਹੀਆਂ ਨੇ, ਪਰ ਇੱਕ ਗੱਲ ਤੇ ਇੱਥੇ ਜੋ ਦਿੱਲੀ ਪੁਲਿਸ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਕਿ ਦਿੱਲੀ ਪੁਲਿਸ ਜੋ ਕਿ ਅਪੋਜੀਸ਼ਨ ਪਾਰਟੀਆਂ ਵੀ ਇਹ ਕਹਿ ਰਹੀਆਂ ਕਿ ਵਿਦਿਨ ਸੈਕਿੰਡ ਪਹੁੰਚ ਗਈ। ਇਸ ਗੱਲ ਦਾ ਤੇ ਕਿਤੇ ਨਾ ਕਿਤੇ ਸ਼ਾਇਦ ਦਿੱਲੀ ਪੁਲਿਸ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਕਿ ਉੱਥੇ ਵਿਦਿਨ ਸੈਕਿੰਡ ਪਹੁੰਚ ਕੇ ਕੋਈ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਣ ਦਿੱਤਾ। ਇਹਦਾ ਸੱਚ ਕੀ ਆ ਝੂਠ ਕੀ ਆ ਤੁਸੀਂ ਦਰਸ਼ਕ ਸਾਡੇ ਸਿਆਣੇ ਜੋ ਤੁਹਾਨੂੰ ਆਪੇ ਹੀ ਪਤਾ ਵਾ। ਬਾਕੀ ਜੇ ਪੋਲੀਟੀਕਲ ਪਾਰਟੀਆਂ ਇਹਨੂੰ ਇੱਕ ਪੋਲੀਟੀਕਲ ਮੁੱਦਾ ਬਣਾ ਕੇ ਸ਼ਾਇਦ ਹੋ ਸਕਦਾ ਕਿ ਆਪਣਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰ ਰਹੀਆਂ ਹੋਣ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਐਪੀਸੋਡ, ਸਾਡੀ ਅੱਜ ਦੀ ਇਹ ਕੋਸ਼ਿਸ਼ ਪਸੰਦ ਆਈ ਹੋਊਗੀ। ਜੇ ਸਾਡੇ ਇਸ ਪ੍ਰੋਗਰਾਮ ਬਾਰੇ ਤੁਹਾਡੇ ਕੋਲ ਕੋਈ ਵੀ ਕੁਐਸਚਨ ਜਾਂ ਸੁਝਾਅ ਹੋਣ ਤੁਸੀਂ ਹੇਠ ਲਿਖੇ ਫੋਨ ਨੰਬਰ ਜਾਂ ਈਮੇਲ ਤੇ ਸਾਡੇ ਨਾਲ ਹਮੇਸ਼ਾ ਹੀ ਸੰਪਰਕ ਕਰ ਸਕਦੇ ਹੋ। ਇੱਥੇ ਸਾਨੂੰ ਤਿੰਨਾਂ ਨੂੰ ਦਿਓ ਇਜਾਜ਼ਤ। ਧੰਨਵਾਦ। ਧੰਨਵਾਦ।